ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਕੇ ਬੋਹਿਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਾਂ ਸਭ ਨੂੰ ਆਪ ਦੇ ਦਰ ਘਰ ਦੀ ਹਾਜ਼ਰੀ ਸਤਿਗੁਰਾਂ ਨੇ ਬਖਸ਼ੀ ਹੈ। ਜੋ ਸਤਸੰਗ ਘੜੀਆਂ ਸ਼ਾਮ ਦੇ ਸਮੇਂ ਲੜੀਵਾਰ ਇਤਿਹਾਸ ਦੀ ਕਥਾ ਜੋ ਚੱਲ ਰਹੀ ਹੈ, ਵਡਭਾਗੀ ਮਾਈ ਭਾਈ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਦੀ ਕਿਰਪਾ ਰਹਿਮਤ ਦਾ ਸਦਕਾ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਲੜੀ ਤਹਿਤ ਜੋ ਕੱਲ ਆਪਾਂ ਇਤਿਹਾਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦਾ ਪ੍ਰਸੰਗ ਇਹ ਪੜ੍ਹਿਆ ਸੁਣਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਜੋ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ, ਔਰ ਇਸ ਦੇ ਨਾਲ ਹੀ ਫਿਰ ਬਾਬਾ ਮੋਹਰੀ ਜੀ ਨੂੰ ਇਹ ਕਿਹਾ ਕਿ ਹੁਣ ਸਾਡੇ ਜਾਣ ਦੀ ਤਿਆਰੀ ਹੈ। ਜੋ ਸਾਡੀ ਉਮਰ ਸੀ ਉਹ ਤਾਂ ਮਹਾਰਾਜ ਕਹਿੰਦੇ ਭਾਈ ਪਹਿਲਾਂ ਹੀ ਸਰੀਰਕ ਉਮਰ ਪੂਰੀ ਹੋ ਚੁੱਕੀ ਸੀ। ਇਹ ਤਾਂ हे ਬਾਬਾ ਮੋਹਰੀ ਜੀ, ਤੁਹਾਡੇ ਪਿਤਾ ਔਰ ਸਾਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਨੂੰ ਆਪਣੀ ਸਰੀਰਕ ਉਮਰ 6 ਸਾਲ 11 ਮਹੀਨੇ ਤੇ 18 ਦਿਨ ਬਖਸ਼ਿਸ਼ ਕੀਤੀ। ਹੁਣ ਉਹ ਉਮਰ ਵੀ ਜਿਹੜੀ ਹੈ ਪੂਰੀ ਹੋ ਚੁੱਕੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੱਲ ਨੂੰ ਅਸੀਂ ਗੁਰਪੁਰੀ ਜਾ ਬਰਾਜਣਾ ਹੈ।
ਸੱਚਖੰਡ ਜਾ ਬਰਾਜਣਾ ਹੈ। ਤੋ ਆਪ ਜੀ ਸਾਰੀਆਂ ਤਿਆਰੀਆਂ ਕਰੋ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਅੱਜ ਦਾ ਦਿਨ ਭਾਈ ਹਾਂ ਅਸੀਂ ਤੁਹਾਡੇ ਕੋਲ ਹਾਂ ਅੱਜ ਦੀ ਰਾਤ। ਤੋ ਸਾਰੀ ਤਿਆਰੀ ਜਿਹੜੀ ਹੈ ਉਹ ਫਿਰ ਸਾਰਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ। ਬਾਬਾ ਮੋਹਰੀ ਜੀ ਨੇ ਉਹ ਹੁਕਮ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਦੇ ਕਹਿਣੇ ਮੁਤਾਬਕ ਸਭ ਕਾਰਜ ਕਰ ਰਹੇ ਨੇ। ਤੇ ਇਸ ਗੱਲ ਦਾ ਮਨ ਦੇ ਵਿੱਚ ਸੰਗਤਾਂ ਦੇ ਸੋਗ ਵੀ ਹੈ, ਵਿਛੋੜੇ ਦਾ ਬਰਾਗ ਵੀ ਹੈ। ਆਓ ਇਤਿਹਾਸ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਇਹ ਜੀਵਨ ਦਾ ਪ੍ਰਸੰਗ 10ਵਾਂ ਪ੍ਰਸੰਗ ਹੈ। ਕੁਝ ਬਾਕੀ ਤੇ 11ਵੇਂ ਘਰ ਦਾ ਪ੍ਰਸੰਗ। ਇਹ ਗੁਰਮੁਖੋ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਪ੍ਰਸੰਗ ਜਿਹੜੇ ਹੈ ਅੱਜ ਦੀ ਸੰਪੂਰਨਤਾ ਹੈ। ਫਿਰ ਕੱਲ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਪ੍ਰਸੰਗ ਆਰੰਭਤਾ ਹੋ ਜਾਣੀ ਹੈ। ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਦਾ ਜੀਵਨ। ਆਓ ਪ੍ਰੇਮ ਸਤਿਕਾਰ ਦੇ ਨਾਲ ਅਗਲੀ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਕੇ ਮਨ ਮਹਿ ਸ਼ੋਕ ਵਡਾਇਓ। ਸਾਰਿਆਂ ਦੇ ਮਨ ਵਿੱਚ ਦੁੱਖ ਸ਼ੋਕ ਵਧਿਆ ਹੈ। ਗੁਰੂ ਵਿਯੋਗ ਜਾਣਿਓ ਦੁੱਖ ਪਾਇਓ। ਗੁਰੂ ਸਾਹਿਬ ਜੀ ਦੇ ਇਹ ਬਰਾਗ ਵਿਛੋੜੇ ਵਿੱਚ ਜਾਣਿਆ ਕਿ ਸਤਿਗੁਰੂ ਜੀ ਸੱਚਖੰਡ ਬਰਾਜਣਾ ਹੈ। ਇਸ ਤਰ੍ਹਾਂ ਭਾਈ ਸੰਗਤਾਂ ਨੇ ਇਸ ਗੱਲ ਦਾ ਦੁੱਖ ਮਹਿਸੂਸ ਕੀਤਾ ਹੈ। ਤਾਹੇ ਸਮੇਂ ਵੱਡ ਭਾਗਨ ਭਾਨੀ। ਉਸ ਸਮੇਂ ਫਿਰ ਵੱਡੇ ਭਾਗਾਂ ਵਾਲੀ ਮਾਤਾ ਭਾਨੀ ਜੀ ਆਈ ਪਤ ਢਿੱਗ ਬੰਧਨ ਠਾਨੀ। ਪਤੀ ਸਤਿਗੁਰੂ ਜੀ ਦੇ ਕੋਲ ਆਈ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਬੰਦਨਾ ਕੀਤੀ। ਸਰਬ ਰੀਤ ਸਮਰੱਥ ਸੁਖ ਦਾਤੇ। ਕਿਹਾ ਕਿ हे ਸਤਿਗੁਰੂ ਜੀ ਤੁਸੀਂ ਸਭ ਤਰ੍ਹਾਂ ਕਰਕੇ ਸਮਰੱਥ ਹੋ, ਸੁੱਖਾਂ ਦੇ ਦਾਤੇ ਹੋ। ਜਿਨ ਵੱਡ ਭਾਗ ਤਿਨੋ ਤੁਮ ਜਾਤੇ। ਤੇ ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਨੇ ਤੁਹਾਨੂੰ ਜਾਣਿਆ ਹੈ। ਹਾਲਤ ਪਲਤ ਮਹਿ ਹੋ ਸਹਾਈ। ਤੁਸੀਂ ਆਪਣਿਆਂ ਸੇਵਕਾਂ ਦੇ ਸਭ ਦੇ ਲੋਕ ਤੇ ਪ੍ਰਲੋਕ ਵਿੱਚ ਸਹਾਈ ਹੁੰਦੇ ਹੋ। ਜਿਮ ਚਾਹੋ ਤਿਮ ਠਟੋ ਹੋ ਗੁਸਾਈ। ਇਸ ਕਰਕੇ ਤੁਸੀਂ ਸਮਰੱਥ ਹੋ। ਸਤਿਗੁਰੂ ਪਤੀ ਸਤਿਗੁਰੂ ਜੀ ਮਾਤਾ ਭਾਨੀ ਕਹਿੰਦੇ ਵੀ ਜਿਵੇਂ ਤੁਸੀਂ ਚਾਹੋ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਮਾਲਕ ਜੀ ਤੁਸੀਂ ਕਰੋ। ਮੈਂ ਰਾਵਰ ਕੇ ਸੰਗ ਸਿਧਾਰੋ। ਪਰ ਬੇਨਤੀ ਹੈ ਮਾਤਾ ਭਾਨੀ ਜੀ ਕਹਿੰਦੇ ਵੀ ਮੈਂ ਤੁਹਾਡੇ ਨਾਲ ਹੀ ਚੱਲਾਂਗੀ। ਤੁਮ ਬਿਨ ਨਹੀਂ ਜੀਵ ਬੋ ਧਾਰੋ। ਤੁਹਾਡੇ ਬਿਨਾ ਮੈਂ ਹੋਰ ਜੀਵਨ ਨਹੀਂ ਚਾਹੁੰਦੀ, ਧਾਰਨਾ ਚਾਹੁੰਦੀ ਹਾਂ। ਰਾਗ ਦ્વੈਖ ਵੱਡ ਹਰਖ ਸ਼ੋਕ। ਕਿਉਂਕਿ ਇੱਥੇ ਰਾਗ ਦ્વੈਖ, ਰਾਗ ਪ੍ਰੇਮ, ਰਾਗ ਮੋਹ, ਦ્વੈਖ ਈਰਖਾ, ਦ્વੈਸ਼ ਔਰ ਵੱਡੇ ਕਿਤੇ ਖੁਸ਼ੀ ਆ ਗਈ, ਕਦੇ ਸੋਗ ਆ ਗਿਆ। ਇਨ ਜੁਤ ਬਸਬੋ ਹੋਇ ਇਸ ਲੋਕ। ਆਹ ਜਿਹੜਾ ਲੋਕ ਹੈ ਇੱਥੇ ਤਾਂ ਇਹਨਾਂ ਸਮੇਤ ਹੀ ਬਸਣਾ ਹੁੰਦਾ ਹੈ। ਸੁਨ ਭਾਨੀ ਤੇ ਕੋਮਲ ਬਾਣੀ। ਮਾਤਾ ਭਾਨੀ ਜੀ ਤੋਂ ਸੁਣ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਭਾਈ ਜੋ ਮਿੱਠੀ ਕੋਮਲ ਬਾਣੀ ਬਚਨ ਰਾਮਦਾਸ ਸਤਿਗੁਰੂ ਬਖਾਨੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਨ ਕਹੇ। ਮਹਾਂ ਜਸ ਸੁਨ ਭਾਗ ਮਹਾਨੀ। ਐ ਬਹੁਤ ਵੱਡੇ ਜਸ ਵਾਲੀਏ, ਸੁਣ ਵੱਡੇ ਭਾਗਾਂ ਵਾਲੀਏ। ਭਾਨੀ ਭਾਵ ਆਪਣੇ ਧਰਮ ਪਤਨੀ ਮਾਤਾ ਭਾਨੀ ਜੀ ਨੂੰ ਸਤਿਗੁਰੂ ਕਹਿ ਰਹੇ ਨੇ।
ਆਪਰ ਨਤਰੀਐ ਸੁਤੋਹਿ ਸਮਾਨੀ। ਹੋਰ ਕੋਈ ਇਸਤਰੀ ਤੇਰੇ ਬਰਾਬਰ ਨਹੀਂ ਹੈ। ਸ੍ਰੀ ਗੁਰ ਅਮਰਦਾਸ ਪਿਤ ਜਿਨ ਕੇ, ਜਿਸ ਦੇ ਪਿਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ, ਕੌਣ ਪਟੰਤਰ ਕਹੀਐ ਤਿਨ ਕੇ। ਉਹਦੇ ਭਲਾ ਭੇਦਾਂ ਨੂੰ, ਪਟੰਤਰਾਂ ਨੂੰ ਕੋਈ ਕੌਣ ਕਹਿ ਸਕਦਾ ਹੈ। ਪੁਨ ਤਵ ਪਰ ਪ੍ਰਸੰਨਤਾ ਰਹੈ। ਕਹਿਣ ਦਾ ਭਾਵ ਸੀ ਮਹਾਰਾਜ ਦਾ ਕਿ ਹੇ ਭਾਨੀ, ਤੇਰੇ ਤੇ ਤੁਹਾਡੇ ਪਿਤਾ ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਵੀ ਬੇਅੰਤ ਕਿਰਪਾ ਹੈ। ਕੌਣ ਤੇਰੇ ਭੇਦਾਂ ਨੂੰ ਕੋਈ ਦੱਸ ਸਕਦਾ, ਪਰ ਫਿਰ ਵੀ ਤੇਰੇ ਤੇ ਸਾਡੀ ਪ੍ਰਸੰਨਤਾ ਹੈ। ਮਾਨੈ ਤਥਾ ਜਥਾ ਬਚ ਕਹੈ, ਵੀ ਉਸੇ ਤਰ੍ਹਾਂ ਮੰਨਾਂਗੇ ਜਿਸ ਤਰ੍ਹਾਂ ਤੂੰ ਬਚਨ ਕਹਿਨੀ ਆ, ਜਾਂ ਤੂੰ ਮੰਨ ਜਿਸ ਤਰ੍ਹਾਂ ਅਸੀਂ ਬਚਨ ਕਹਿੰਦੇ ਹਾਂ। ਸ੍ਰੀ ਅਰਜਨ ਭਾ ਪੁੱਤਰ ਪ੍ਰਭੀਨਾ, ਜੋ ਆਪਣਾ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਮਹਾਨ ਪ੍ਰਵੀਨ ਹਨ। ਸੋਢੀ ਕੁਲ ਜਿਨ ਉਜਲ ਕੀਨਾ, ਜਿਨ੍ਹਾਂ ਨੇ ਵੇਖੋ ਘਰ ਦੀ ਘਰ ਵਿੱਚ ਰੱਖ ਦਿਖਾਈ, ਕਿਉਂਕਿ ਉਸ ਗੱਲ ਤੇ ਪੂਰੇ ਉਤਰੇ ਨਾ, ਤਾਂ ਹੀ ਗੁਰਤਾ ਗੱਦੀ ਘਰ ਵਿੱਚ ਰਹੀ। ਇਸ ਕਰਕੇ ਸੋਢੀ ਕੁਲ ਨੂੰ ਜਿਨ੍ਹਾਂ ਨੇ ਦੇਖੋ ਬਹੁਤ ਉਜਲ ਤੇ ਪਵਿੱਤਰ ਕੀਤਾ ਹੈ। ਰਾਖੀ ਗੁਰਤਾ ਕੇਰ ਜਠਾਈ, ਜੋ ਗੁਰਤਾ ਗੱਦੀ ਦੀ ਇਹ ਵਡਿਆਈ ਹੈ ਘਰ ਵਿੱਚ ਉਹਨਾਂ ਰੱਖੀ ਹੈ। ਅਪਰ ਬੰਸ ਤੇ ਰਾਖ ਹਟਾਈ, ਜੋ ਤੇਰੀ ਇੱਛਾ ਸੀ ਮਹਾਰਾਜ ਕਹਿੰਦੇ ਭਾਨੀ ਗੁਰੂ ਸਾਹਿਬ ਤੋਂ ਵਰ ਮੰਗਿਆ ਸੀ, ਉਹ ਵਰ ਦੇਖੋ ਵੀ ਹੋਰ ਬੰਸ ਵਿੱਚ ਨਾ, ਇਸੇ ਬੰਸ ਸੋਢ ਬੰਸ ਵਿੱਚ ਹੀ ਗੱਦੀ ਰਹਿ ਜੇ, ਤੇ ਉਹਨਾਂ ਨੇ ਉਸੇ ਤਰ੍ਹਾਂ ਰੱਖ ਕੇ ਦਿਖਾਈ ਹੈ। ਅਪਰ ਬੰਸ ਤੇ ਰਾਖ ਹਟਾਈ, ਜੋ ਅੱਗੇ ਹੋਰ ਬੰਸ ਵਿੱਚ ਗੁਰਤਾ ਗੱਦੀ ਜਾਂਦੀ ਸੀ, ਉਹ ਘਰ ਵਿੱਚ ਰੱਖ ਕੇ ਉਧਰੋਂ ਹਟਾ ਕੇ ਦਿਖਾਈ ਹੈ। ਤੇਰੋ ਸਫਲ ਜਨਮ ਜਗ ਭਇਓ, ਤੇਰਾ ਜਿਹੜਾ ਜਨਮ ਹੈ ਜਗਤ ਦੇ ਵਿੱਚ ਸਫਲ ਹੋਇਆ ਹੈ। ਕਰ ਬੇ ਉਚਿਤ ਸਕਲ ਕਰ ਲਇਓ, ਜੋ ਕਰਨਾ ਉਚਿਤ ਸੀ ਉਹ ਸਾਰਾ ਕਰ ਲਿਆ ਹੈ। ਕਿਤਕ ਦਿਨਾਂ ਤੱਕ ਸਵਾਸ ਸਰੀਰ, ਪਰ ਹਜੇ ਹੋਰ ਕੁਝ ਦਿਨ ਤੁਸੀਂ ਇਹ ਸਵਾਸ ਤੇ ਆ ਜੋ ਸਰੀਰ ਹੈ। ਪਰਾਰਬਧ ਭੋਗੋ ਧਰ ਧੀਰ, ਉਹ ਜੋ ਤੁਹਾਡੀ ਪਰਾਲਬਧ ਹੈ ਧੀਰਜ ਧਾਰ ਕੇ ਉਸ ਨੂੰ ਤੁਸੀਂ ਅਜੇ ਭੋਗੋ ਬਤੀਤ ਕਰੋ। ਪੁਨ ਸੁਖੈ ਨਹੀਂ ਤਨ ਕੋ ਤਿਆਗ, ਹਾਂ ਫਿਰ ਥੋੜੇ ਸਮੇਂ ਬਾਅਦ ਸੌਖਿਆਂ ਹੀ ਇਹ ਤਨ ਨੂੰ ਤਿਆਗ ਕੇ ਆਏ ਮਿਲਹਿ ਹਮ ਸੋ ਵੱਡ ਭਾਗ, ਤੇ ਹੇ ਵੱਡੇ ਭਾਗਾਂ ਵਾਲੀਏ ਫਿਰ ਸਾਡੇ ਨਾਲ ਤੂੰ ਆ ਮਿਲਣਾ ਹੈ। ਹਰਖ ਸੋਗ ਅਰ ਰਾਗ ਜੋ ਦ્વੈਸ਼, ਜਿਹੜਾ ਖੁਸ਼ੀ ਹੈ ਗਮੀ ਹੈ ਰਾਗ ਦ્વੈਸ਼ ਹੈ। ਅਬ ਤੇ ਤੋਹੇ ਨ ਹੋਏ ਅਸ਼ੇਸ਼, ਹੁਣ ਤੋਂ ਤੁਹਾਨੂੰ ਕਹਿੰਦੇ ਬਿਲਕੁਲ ਵੀ ਵਿਸ਼ੇਸ਼ ਕਰਕੇ ਨਹੀਂ ਹੋਵੇਗਾ। ਐਮਦੇ ਕਰ ਧੀਰਜ ਸੁਖ ਸਾਰਾਸ, ਇਉਂ ਸੁੱਖਾਂ ਦੀ ਰਾਜ ਸਤਿਗੁਰੂ ਜੀ ਨੇ ਧੀਰਜ ਦਿੱਤਾ। ਸ੍ਰੀ ਮੋਹਰੀ ਕੋ ਕਹਿ ਬਚ ਖਾਸ, ਤੋ ਬਾਬਾ ਮੋਹਰੀ ਜੀ ਨੂੰ ਫਿਰ ਮਹਾਰਾਜ ਨੇ ਭਾਈ ਖਾਸ ਆਪੇ ਬਚਨ ਕਹੇ ਹਨ। ਆਹੋ ਤਾਤ ਜਹ ਪਿਤਾ ਤੁਮਾਰਾ, ਕਹਿਣ ਲੱਗੇ ਵੀ ਹੇ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਜਿਸ ਤਰ੍ਹਾਂ ਜੋ ਜਿੱਥੇ ਤੁਹਾਡੇ ਪਿਤਾ ਜੀ ਧੰਨ ਗੁਰੂ ਅਮਰਦਾਸ ਜੀ ਕੀਨ ਸਦਾਹਿ ਵਿਪਾਸ ਕਿਨਾਰਾ, ਜਿੱਥੇ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਹੈ ਬਿਆਸਾ ਦੇ ਕਿਨਾਰੇ, ਤੇ ਥਲ ਮੋਰ ਸਰੀਰ ਦਹਾਵੋ, ਉੱਥੇ ਹੀ ਭਾਈ ਸਾਡੇ ਸਰੀਰ ਦਾ ਸੰਸਕਾਰ ਕਰਨਾ ਹੈ। ਸਤ ਨਾਮ ਸਿਮਰਨ ਚਿਤ ਲਾਵੋ, ਤੇ ਸੱਚੇ ਨਾਮ ਦੇ ਸਿਮਰਨ ਵਿੱਚ ਹੀ ਤੁਸੀਂ ਚਿੱਤ ਲਾਉਣਾ ਹੈ।
ਪੁਨ ਜਿਤਨੋ ਮਿਰਤਕ ਸੰਸਕਾਰ। ਫਿਰ ਜਿੰਨੇ ਵੀ ਜਿਹੜੇ ਮਿਰਤਕ ਸੰਸਕਾਰ ਨੇ, ਕਰੋ ਜਥਾ ਗੁਰਮਤ ਅਨੁਸਾਰ। ਉਹ ਸਾਰੇ ਹੀ ਗੁਰਮਤ ਦੇ ਅਨੁਸਾਰ ਕਰਨੇ ਹਨ। ਸੁਨ ਮੋਹਰੀ ਸਤ ਬਚਨ ਅਲਾਇਓ। ਇਹ ਸੁਣ ਕੇ ਬਾਬਾ ਮੋਹਰੀ ਜੀ ਨੇ ਸਤ ਬਚਨ ਕਿਹਾ ਹੈ। ਸਹਿਤ ਸੰਗਤ ਕੋ ਮਨ ਮੁਰਝਾਇਓ। ਤੋ ਬਾਬਾ ਮੋਹਰੀ ਜੀ ਦਾ ਵੀ ਸੰਗਤਾਂ ਸਮੇਤ ਮਨ ਜਿਹੜਾ ਹੈ ਮੁਰਝਾ ਗਿਆ ਹੈ। ਬਸ ਨਹਿ ਚੱਲੇ ਕਿਸੂ ਕਾ ਕੋਈ। ਪਰ ਕਿਸੇ ਦਾ ਕੋਈ ਵਸ ਨਹੀਂ ਚੱਲਦਾ ਹੈ। ਗੁਰ ਰਜਾਏ ਮਹਿ ਰਾਜੀ ਹੋਈ। ਗੁਰੂ ਦੀ ਰਜਾ ਵਿੱਚ ਹੀ ਸਾਰੇ ਜਿਹੜੇ ਭਾਈ ਰਾਜੀ ਹਨ। ਗੁਰੂ ਸਮਾਧੀ ਮੈਂ ਥਿਤ ਥਾਏ। ਸਤਿਗੁਰੂ ਜੀ ਸਮਾਧੀ ਵਿੱਚ ਸਥਿਤ ਹੋ ਗਏ। ਰਾਗੀ ਕੀਰਤਨ ਕਰੈ ਸੁਹਾਏ। ਜਿਹੜੇ ਰਾਗੀ ਨੇ ਉਹ ਭਾਈ ਕੀਰਤਨ ਕਰ ਰਹੇ ਨੇ ਸੋਭਨੀਕ। ਇਸ ਵਿਦ ਜਬ ਦਿਨ ਮਨ ਅਸਥਾਇਓ। ਇਸ ਤਰ੍ਹਾਂ ਜਦੋਂ ਜਿਹੜਾ ਦਿਨ ਹੈ, ਮਨ ਦਾ ਭਾਵ ਹੈ ਮਣਾ ਮੁਹੀ, ਭਾਵ ਜਦੋਂ ਲਗਭਗ ਕਾਫੀ ਬੀਤ ਗਿਆ ਹੈ। ਸੋਦਰ ਲਾਏ ਭੋਗ ਤਬ ਪਾਇਓ। ਫਿਰ ਸੋਦਰ ਲਾਇਆ ਰਹਿਰਾਸ ਸਾਹਿਬ ਦਾ ਪਾਠ ਹੋਇਆ, ਭੋਗ ਪਿਆ ਹੈ। ਦੇਗ ਤਿਆਰ ਭੀ ਬਹੁਤ ਇਸ ਕਾਲਾ। ਕਿਉਂਕਿ ਇਕੱਠ ਬਹੁਤ ਸੀ, ਇਸ ਕਰਕੇ ਲੰਗਰ ਵੀ ਭਾਈ ਉਸ ਸਮੇਂ ਬਹੁਤ ਤਿਆਰ ਹੋਇਆ। ਸੰਗਤ ਲੈ ਸਤਿਗੁਰ ਸਭ ਨਾਲਾ। ਸਤਿਗੁਰੂ ਜੀ ਸੰਗਤਾਂ ਨੂੰ ਸਭ ਨਾਲ ਲੈ ਕੇ ਲੱਗੀ ਸੋ ਪੰਗਤ ਅੰਤ ਨ ਆਵਹਿ। ਪੰਗਤਾਂ ਲੱਗ ਗਈਆਂ, ਅੰਤ ਨਹੀਂ ਆਉਂਦਾ, ਇੰਨੀ ਸੰਗਤ ਦਾ ਇਕੱਠ ਹੈ। ਵਿੰਜਨ ਅਨਕ ਸਵਾਦ ਕੇ ਖਾਵਹਿ। ਜਿਹੜੇ ਭੋਜਨ ਨੇ ਅਨੇਕਾਂ ਤਰ੍ਹਾਂ ਦੇ ਸਵਾਦਿਸ਼ਟ ਛਕ ਰਹੇ ਹਨ। ਛਕ ਆਨੰਦ ਭੇ ਚੁਰਾ ਕਰਾਇਓ। ਤੇ ਸਭ ਨੇ ਛਕਿਆ ਆਨੰਦ ਦੇ ਨਾਲ, ਫਿਰ ਚੁਲਾ ਕਰਵਾਇਆ ਹੈ। ਪੁਨਹ ਦੀਵਾਨ ਚੁਬਾਰੇ ਲਾਇਓ। ਇਹ ਪ੍ਰਾਤਨ ਸਮੇਂ ਮਰਜ਼ਾਦਾ ਹੁੰਦੀ ਸੀ, ਹੁਣ ਤਾਂ ਨਹੀਂ ਰਹੀ। ਹੁਣ ਤਾਂ ਆਪੇ ਹੀ ਚੱਕ ਕੇ ਖਾਂਦੇ ਆ। ਕੋਈ ਕੁਰਸੀ ਤੇ ਬੈਠਾ ਖਾਈ ਜਾਂਦਾ, ਕੋਈ ਕਿਵੇਂ। ਤੇ ਅੱਗੇ ਪੰਗਤ ਵਿੱਚ ਛਕਦੇ ਹੁੰਦੇ ਸੀ ਤੇ ਮਰਜ਼ਾਦਾ ਹੀ ਹੁੰਦੀ ਸੀ। ਛਕਾ ਕੇ ਵਰਤਾਉਣ ਵਾਲਾ ਛਕਣ ਵਾਲੇ ਦਾ ਚੁਲਾ ਕਰਾਉਂਦਾ ਹੁੰਦਾ ਸੀ। ਤੇ ਉਹਨੇ ਚੁਲਾ ਕਰਕੇ, ਭਾਵ ਚੁਲੀ ਕਰਕੇ, ਹੱਥ ਫਿਰ ਧੋ ਕੇ, ਫਿਰ ਬੇਨਤੀ ਕਰਕੇ ਉੱਠਣਾ। ਹੁਣ ਤਾਂ ਭਾਈ ਭਾਂਡੇ ਨਹੀਂ ਚੱਕਦੇ ਹੈ, ਸੇਵਾ ਕਰਨ ਨੂੰ ਹੀ ਤਿਆਰ ਨਹੀਂ ਕੋਈ। ਕਹਿੰਦੇ ਖਾ ਕੇ ਆਪਦਾ ਆਪ ਹੀ ਚੱਕੋ। ਭਾਵ ਕੀ ਹੈ ਕਿ ਸੰਗਤ ਦਾ ਜਿਹੜਾ ਹੈ ਸੇਵਾ ਭਾਵਨਾ, ਉਹ ਹੌਲੀ ਹੌਲੀ ਅਸੀਂ ਅਵੇਸਲੇ ਹੋਈ ਜਾਂਦੇ ਹਾਂ ਸਾਰੇ ਹੀ। ਇੱਕ ਤਾਂ ਹੁਣ ਸਮਾਨ ਵੀ ਬਹੁਤ ਤਰ੍ਹਾਂ ਦਾ ਹੁੰਦਾ ਹੈ, ਤੇ ਉਸ ਕਰਕੇ ਫਿਰ ਕਹਿੰਦੇ ਵੀ ਜਿਹਦਾ ਜਿਹਦਾ ਜਿੰਨਾ ਭਾਈ ਇੱਛਾ ਹੈ ਆਪਦਾ ਲੈ ਲਓ। ਗੁਰੂ ਕਿਰਪਾ ਕਰੇ। ਪੁਰਾਤਨ ਸਮਿਆਂ ਦੀ ਮਰਜ਼ਾਦਾ ਇਹੀ ਸੀ ਹੈ। ਤੇ ਛਕ ਆਨੰਦ। ਹੁਣ ਆ ਕਈ ਵਾਰ ਘਰਾਂ 'ਚ ਵੀ ਜਾਈਦਾ ਹੈ, ਉੱਥੇ ਕਈ ਛਕਾਉਂਦੇ ਨੇ, ਫਿਰ ਉਹ ਜਾਂ ਕਈ ਦਾ ਹੱਥ ਹੋਣੇ ਆ ਉਹਦੇ ਸ਼ੰਕ ਲੱਗਿਆ, ਜਾਓ ਜੀ ਧੋ ਲਓ। ਤੇ ਉੱਥੇ ਫਿਰ ਉੱਟ ਕੇ ਧੋ ਲਈਦੇ ਆ। ਫਿਰ ਹੁਣ ਤਾਂ ਸੁਭਾਅ ਹੀ ਬਣਾ ਲਿਆ, ਪਹਿਲਾਂ ਹੀ ਕਹਿ ਦਈਦਾ ਵੀ ਰਹਿਣ ਦਿਓ ਭਾਈ, ਅਸੀਂ ਆਪ ਹੀ ਧੋ ਲਾਂਗੇ ਸ਼ੰਕ ਤੇ ਉਹ ਚੁਲਿਆਂ ਵਾਲੀ ਤਾਂ ਕੰਮ ਖਤਮ ਹੋ ਗਿਆ ਹੈ। ਹੁਣ ਚੁਲਾ ਕਰਾ ਕੇ ਫੇਰ ਹੀ, ਜੇ ਹੁਣ ਚੁਲਾ ਕਿਸੇ ਨੂੰ ਕਰਾਵਾਂਗੇ, ਕਿਸੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਇਆ, ਉਹਨੂੰ ਚੁਲਾ ਕਰਾਓ, ਹੱਥ ਤੋਂ ਫੇਰ ਹੀ ਅਰਦਾਸ ਕਰਕੇ ਉੱਠੂ। ਜੇ ਚੁਲਾ ਹੀ ਨਹੀਂ ਕਰਾਇਆ, ਹੱਥ ਹੀ ਧਵਾਏ, ਉਹਨੇ ਉੱਠ ਖੜਨਾ, ਫਿਰ ਅਰਦਾਸ ਕਾਦੀ ਬਾਅਦ ਚ ਭਾਈ, ਫਿਰ ਤਾਂ ਉੱਠ ਖੜਨਾ ਹੈ ਉਹਨੇ। ਇਸ ਕਰਕੇ ਅਰਦਾਸ ਕਰਕੇ ਜੋ ਛਕਦਾ ਹੈ ਤੇ ਛਕਣ ਤੋਂ ਬਾਅਦ ਬੇਨਤੀ ਕਰਨੀ। ਹੁਣ ਬੇਨਤੀ ਉਹ ਤਾਂ ਹੀ ਹੋਊ ਜੇ ਆਪਾਂ ਭਾਈ ਹੱਥ ਧਵਾਵਾਂਗੇ, ਚੁਲਾ ਕਰਾਵਾਂਗੇ। ਤੋ ਇਸ ਕਰਕੇ ਪ੍ਰਾਪਤ ਕਰਨਾ ਹੈ ਤਾਂ ਕੁਝ ਭਾਈ ਮਾਲਕ ਦੀ ਕਹਿਣ ਵਾਲੀ ਮਰਜ਼ਾਦਾ ਜਿਹੜੀ ਹੈ ਗੁਰਮੁਖਾਂ ਦੀ ਰਹਿਣੀ ਚਾਹੀਦੀ ਹੈ। ਛਕ ਆਨੰਦ ਭੇ ਚੁਰਾ ਕਰਾਇਓ। ਆਨੰਦ ਨਾਲ ਛਕਿਆ ਤੇ ਚੁਲਾ ਕਰਾਇਆ ਹੈ। ਪੁਨਹ ਦੀਵਾਨ ਚੁਬਾਰੇ ਲਾਇਓ। ਫਿਰ ਜਿੱਥੇ ਚੁਬਾਰਾ ਸਾਹਿਬ ਹੈ ਉੱਥੇ ਦੀਵਾਨ ਲਾਇਆ ਹੈ।
ਨਰ ਨਾਰੀ ਸਭ ਮਿਲ ਕਰ ਆਏ, ਮਾਈ ਭਾਈ ਸਾਰੇ ਮਿਲ ਕੇ ਆਏ ਹਨ। ਸ੍ਰੀ ਸਤਿਗੁਰ ਪ੍ਰਸਥਾਨ ਲਖਾਏ। ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਸਥਾਨ ਕਰਨਾ ਇਹ ਸਭ ਨੇ ਜਾਣਿਆ ਹੈ। ਆਪਸ ਮਹਿ ਸਿੱਖ ਕਹਿ ਇਸ ਭਾਂਤੀ। ਸਿੱਖ ਜਿਹੜੇ ਨੇ ਉਹ ਆਪਸ ਵਿੱਚ ਇਸ ਤਰ੍ਹਾਂ ਕਹਿੰਦੇ ਹਨ, ਦਰਸੋ ਗੁਰੂ ਆਜ ਕੀ ਰਾਤੀ। ਇਹ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਸਰੀਰ ਰੂਪ ਦੇ ਵਿੱਚ ਅੱਜ ਦੀ ਰਾਤ ਹਨ, ਦਰਸ਼ਨ ਕਰ ਲਓ। ਸਤ ਬਾਕ ਗੁਰ ਕਲ ਪ੍ਰਸਥਾਨੈ। ਤੋ ਇਹਨਾਂ ਦੇ ਬਚਨ ਸਤ ਨੇ। ਸਤ ਬਚਨਾਂ ਮੁਤਾਬਕ ਗੁਰੂ ਸਾਹਿਬ ਜੀ ਨੇ ਕੱਲ ਨੂੰ ਪ੍ਰਸਥਾਨ ਕਰ ਜਾਣਾ ਹੈ। ਪੁਨ ਦਰਸ਼ਨ ਪ੍ਰਾਪਤ ਕਿਸ ਥਾਨੈ। ਫਿਰ ਇਸ ਸਰੀਰ ਰੂਪ ਦੇ ਵਿੱਚ ਦਰਸ਼ਨ ਭਾਈ ਕਿਸ ਨੂੰ ਪ੍ਰਾਪਤ ਹੋਣੇ ਹਨ। ਅੰਤਮ ਦਰਸ ਆਜ ਲਖ ਲੇਵ। ਹੁਣ ਸੰਗਤਾਂ ਦੀ ਆਪਦੀ ਇਹ ਵਿਚਾਰ ਹੈ। ਕੋਈ ਕਹਿੰਦਾ ਬਈ ਅੰਤਮ ਦਰਸ਼ਨ ਹੈ ਜਿਹੜਾ ਅੱਜ ਕੋਈ ਜਾਣ ਲਊ ਕਰ ਲਵੇਗਾ। ਵੱਡ ਪੁੰਨਨ ਕੋ ਜਾਨੋ ਭੇਵ। ਇਹ ਵੱਡੇ ਪੁੰਨਾਂ ਦਾ ਹੀ ਫਲ ਹੋਊਗਾ। ਬਹੁਤ ਵੱਡਾ ਪੁੰਨ ਹੈ, ਇਸ ਭੇਦ ਨੂੰ ਜਾਣ ਲਓ। ਅਸ ਬਿਦ ਕਹਿ ਕਹਿ ਸਭ ਚੱਲ ਆਵੇ। ਇਸ ਤਰ੍ਹਾਂ ਕਹਿ ਕੇ ਸਾਰੇ ਚੱਲ ਕਰਕੇ ਆ ਰਹੇ ਹਨ। ਦਰਸ਼ਨ ਤੇ ਅਗ ਓਗ ਮਿਟਾਵੇ। ਤੇ ਦਰਸ਼ਨ ਕਰਕੇ ਭਾਈ ਪਾਪ ਅਗ ਓਗ ਸਾਰੇ ਹੀ ਪਾਪ ਸਮੁੱਚੇ ਪਾਪ ਉਹ ਆਪਣੇ ਮਿਟਾ ਰਹੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇਥੇ ਤੱਕ ਜੋ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਚਤੁਰਥ ਮਹੱਲੇ ਚੌਥੇ ਮਹੱਲੇ ਦੀ ਕਥਾ ਦਾ ਸ੍ਰੀ ਅਰਜਨ ਦੇਵ ਜੀ ਕੋ ਸਿੱਖਿਆ ਔਰ ਪ੍ਰਲੋਕ ਤਿਆਰੀ ਪ੍ਰਸੰਗ ਵਰਣਨ। ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਤਾ ਗੱਦੀ ਉਪਰੰਤ ਸਿੱਖਿਆ ਦਿੱਤੀ, ਫਿਰ ਪ੍ਰਲੋਕ ਦੀ ਤਿਆਰੀ ਦਾ ਜੋ ਪ੍ਰਸੰਗ ਹੈ ਉਹ ਵਰਣਨ ਕੀਤਾ। ਨਾਮ 10ਵਾਂ ਮੰਦਰ ਹੈ, 10ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 11ਵੇਂ ਘਰ ਦਾ ਪ੍ਰਸੰਗ ਕਹਿ ਰਹੇ ਹਨ। ਸਕਲ ਨਿਸਾ ਜਾਗਰਨ ਕੀਓ, ਸੰਗਤ ਯੁਤ ਗੁਰ ਦਿਆਲ। ਸਾਰੀ ਰਾਤ ਸੰਗਤਾਂ ਨੇ ਜਾਗਰਨ ਕੀਤਾ, ਜਾਗਦੇ ਰਹੇ। ਕਥਾ ਕੀਰਤਨ ਹੁੰਦਾ ਰਿਹਾ। ਸੰਗਤਾਂ ਦੇ ਸਮੇਤ ਦਿਆਲੂ ਸਤਿਗੁਰੂ ਜੀ ਬਰਾਜੇ ਰਹੇ। ਕੀਨ ਸੋ ਸੋਚ ਸ਼ਨਾਨ ਤਬ ਜਬ ਭਾ ਪ੍ਰਤਹਿ ਕਾਲ। ਫਿਰ ਸੋਚ ਇਸ਼ਨਾਨ ਕੀਤਾ ਹੈ ਔਰ ਫਿਰ ਭਾਈ ਜਦੋਂ ਪ੍ਰਤਹਿ ਕਾਲ ਹੋ ਗਈ ਹੈ। ਪ੍ਰਤਹਿ ਕਾਲ ਕਹਿੰਦੇ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਵਾਲਾ ਸਮਾਂ। ਚੌਪਈ ਆਸਾ ਵਾਰ ਰਬਾਬੀ ਗਾਵੇ। ਆਸਾ ਦੀ ਵਾਰ ਦਾ ਕੀਰਤਨ ਕੀਤਾ ਰਬਾਬੀਆਂ ਨੇ। ਸਿੱਖ ਸੰਗਤ ਸੋਨੇ ਆਨੰਦ ਪਾਵੇ। ਸਿੱਖ ਸੰਗਤਾਂ ਸੁਣ ਕੇ ਆਨੰਦ ਖੁਸ਼ੀ ਪਾਉਂਦੀਆਂ ਹਨ। ਦਿਨ ਮਨ ਚੜਿਓ ਭੋਗ ਤਬ ਪਾਈ। ਦਿਨ ਮਨ ਚੜਿਓ ਸੂਰਜ ਚੜਿਆ ਹੈ ਜਦੋਂ, ਉਦੋਂ ਭਾਈ ਭੋਗ ਪਾਇਆ ਹੈ। ਸ੍ਰੀ ਸਤਿਗੁਰ ਤਬ ਗਿਰਾ ਅਲਾਈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਹੇ, ਸੁਖ ਆਸਨ ਅਬ ਲੇਹੁ ਬਨਾਈ। ਭਾਈ ਹੁਣ ਸੁਖ ਆਸਣ ਸਾਡੇ ਵਾਸਤੇ ਲਾ ਦੇਵੋ। ਲਖ ਹੋ ਚੱਲਨ ਸਮਾਨੀਏ ਰਾਈ। ਹੁਣ ਜਾਣ ਲੋ ਸਾਡੇ ਭਾਈ ਚੱਲਣ ਦਾ ਸਮਾਂ ਨੇੜੇ ਹੈ। ਸੁਨ ਮੋਹਰੀ ਸ੍ਰੀ ਅਰਜਨ ਤਬੈ। ਇਹ ਸੁਣ ਕੇ ਬਾਬਾ ਮੋਹਰੀ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਦ ਲੀਪਨ ਕੀਨ ਭੂਮ ਸ਼ੁਭ ਸਭੈ। ਸਾਰੀ ਜਿਹੜੀ ਧਰਤੀ ਹੈ ਸ਼ੁਭ ਤਰੀਕੇ ਸਹਿਤ ਉਹਨੂੰ ਲਿਪਾ ਪੋਚੀ ਕੀਤੀ ਹੈ। ਉੱਪਰ ਆਸਨ ਸਵੱਛ ਵਿਛਾਇਓ। ਤੇ ਉੱਤੇ ਭਾਈ ਸਾਫ ਸੁਥਰਾ ਆਸਣ ਵਿਛਾ ਦਿੱਤਾ ਹੈ। ਤੇ ਪਰ ਬੈਠੇ ਗੁਰੂ ਸੁਹਾਇਓ। ਉਸ ਆਸਣ ਤੇ ਬੈਠੇ ਗੁਰੂ ਰਾਮਦਾਸ ਜੀ ਸ਼ੋਭਦੇ ਹਨ। ਧੂਪ ਤੁਖਾਏ ਭਲੀ ਪ੍ਰਕਾਰਾ। ਭਲੀ ਪ੍ਰਕਾਰ ਧੂਫਾਂ ਤੁਖਾਈਆਂ ਹਨ।
ਮਹਿਕ ਉਠਿਓ ਤਬ ਮੰਦਰ ਸਾਰਾ। ਸਾਰਾ ਘਰ ਜਿਹੜਾ ਹੈ ਮਹਿਕ ਉਠਿਆ ਹੈ। ਫੂਲਨ ਮਾਲ ਬਹੁਤ ਲਰਕਾਈ। ਫੁੱਲਾਂ ਦੀਆਂ ਮਾਲਾ ਉਹ ਬਹੁਤ ਲੜਕਾਈਆਂ ਹਨ। ਚੰਦਨ ਆਦ ਦੀਨ ਛਿਨਕਾਈ। ਤੇ ਚੰਦਨ ਆਦਿਕ ਛਿੜਕਾ ਕਰਵਾਇਆ ਹੈ। ਸਭ ਪਰ ਕਿਰਪਾ ਦ੍ਰਿਸ਼ਟ ਗੁਰ ਰਾਈ। ਗੁਰੂ ਰਾਜਾ ਪ੍ਰਕਾਸ਼ ਰੂਪ ਸਤਿਗੁਰੂ ਨੇ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕੀਤੀ। ਸ੍ਰੀ ਦਾਸੂ ਸੰਗ ਗਿਰਾ ਅਲਾਈ। ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਦਾਸੂ ਜੀ ਨੂੰ ਇਹ ਬਚਨ ਕਹੇ, ਹੇ ਮਮ ਗੁਰ ਗੁਰ ਸੁਤ ਮਤਵਾਨੇ, ਕਿ ਹੇ ਮੇਰੇ ਗੁਰੂ ਦੇ ਗੁਰੂ ਪੁੱਤਰ, ਭਾਵ ਮੇਰੇ ਗੁਰੂ ਦੇ ਅੱਗੇ ਪੁੱਤਰ, ਮਤਵਾਨੇ ਮਤ ਵਾਲੇ ਗੁਰੂ ਅੰਗਦ ਦੇ ਪਾਤਸ਼ਾਹ ਦੇ ਸੁਪੁੱਤਰ, ਜਪ ਜੀ ਪਠੋ ਸੋ ਸਭ ਸੁਖ ਦਾਨੇ। ਤੋ ਜੋ ਸਭ ਤਰ੍ਹਾਂ ਕਰਕੇ ਸੁਖਦਾਇਕ ਹੈ, ਜਪ ਜੀ ਸਾਹਿਬ ਦਾ ਤੁਸੀਂ ਪਾਠ ਕਰੋ। ਸਤ ਬਚਨ ਕਹਿ ਬੋਲਿਓ ਪਾਸ। ਤਿਉਂ ਭਾਈ ਕੋਲ ਬੈਠ ਕੇ ਸਤ ਬਚਨ ਕਿਹਾ ਬਾਬਾ ਦਾਸੂ ਜੀ ਨੇ। ਪਠਨ ਲੱਗਿਓ ਜਪ ਜੀ ਸੁਖ ਰਾਸ। ਜੋ ਸੁੱਖਾਂ ਦੀ ਰਾਸ ਹੈ ਜਪ ਜੀ ਸਾਹਿਬ ਪੜਨ ਲੱਗੇ ਹਨ। ਸਭ ਸੰਗਤ ਸੁਨ ਹੈ ਵਡ ਭਾਗੀ। ਵੱਡੇ ਭਾਗਾਂ ਵਾਲੀ ਜੋ ਸੰਗਤ ਹੈ ਸਭ ਸੁਣ ਰਹੇ ਹਨ। ਗੁਰ ਦਰਸ਼ਨ ਮਹਿ ਜਿਨ ਬ੍ਰਿਤ ਲਾਗੀ। ਜਿਨ੍ਹਾਂ ਦੀ ਬਿਰਤੀ ਸੁਰਤੀ ਗੁਰੂ ਦੇ ਦਰਸ਼ਨਾਂ ਵਿੱਚ ਲੱਗੀ ਹੈ। ਭੋਗ ਪਾਏ ਸਭ ਮਸਤਕ ਟੇਕਾ। ਭੋਗ ਪਾਇਆ ਸਾਰਿਆਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਬੋਲੇ ਸ੍ਰੀ ਗੁਰ ਜਲਦ ਬਿਬੇਕਾ। ਗਿਆਨ ਦੇ ਸਮੁੰਦਰ ਸਤਿਗੁਰੂ ਜੀ ਕਹਿਣ ਲੱਗੇ, ਹੇ ਸੰਬੰਧੀ ਸਿੱਖ ਹਮਾਰੇ। ਹੇ ਭਾਈ ਸਾਰੇ ਸੰਬੰਧੀਓ, ਸਾਡੇ ਗੁਰ ਸਿੱਖੋ ਪਿਆਰਿਓ। ਨਾਮ ਜਪੋ ਮਨ ਚਿਤ ਕਉ ਧਾਰੇ। ਮਨ ਚਿਤ ਲਾ ਕੇ ਮਨ ਚਿਤ ਧਾਰਨ ਕਰੋ। ਚਿਤ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰੋ। ਹਮਰੇ ਪਾਛੇ ਸ਼ੋਕ ਨ ਕਰਨਾ। ਸਾਡੇ ਤੋਂ ਬਾਅਦ ਕਿਸੇ ਨੇ ਸੋਗ ਨਹੀਂ ਕਰਨਾ ਹੈ। ਸਤਿਨਾਮ ਵਾਹਿਗੁਰੂ ਸਿਮਰਨਾ। ਸਭ ਨੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਆਸ ਕਹਿ ਪੌੜੇ ਦੀਨ ਦਿਆਲ। ਇਸ ਤਰ੍ਹਾਂ ਦੀਨ ਦਿਆਲ ਸਤਿਗੁਰੂ ਜੀ ਕਹਿ ਕੇ ਭਾਈ ਲੰਮੇ ਪੈ ਗਏ। ਮੋਹਨ ਪਠਿਓ ਸ਼ਬਦ ਤਿਤ ਤਿਸ ਕਾਲ। ਤੇ ਬਾਬਾ ਮੋਹਨ ਜੀ ਨੇ ਫਿਰ ਉਸ ਸਮੇਂ ਸ਼ਬਦ ਪੜ੍ਹੇ ਹਨ। ਸਭ ਦੇਖਤ ਸ੍ਰੀ ਗੁਰੂ ਪ੍ਰਬੀਨਾ। ਪ੍ਰਵੀਨ ਗੁਰੂ ਸਤਿਗੁਰੂ ਗੁਰੂ ਰਾਮਦਾਸ ਜੀ ਸਾਰਿਆਂ ਦੇ ਦੇਖਦਿਆਂ ਹੋਇਆਂ ਸੁੰਦਰ ਮੁਖ ਪਰ ਬਸਤਰ ਲੀਨਾ। ਆਪਣੇ ਸੋਹਣੇ ਮੁਖੜੇ ਦੇ ਉੱਤੇ ਮਹਾਰਾਜ ਨੇ ਉਹ ਬਸਤਰ ਲੈ ਲਿਆ। ਭਾਵ ਆਪਣੇ ਮੁਖ ਤੱਕ ਸਾਰਾ ਜਿਵੇਂ ਇੱਕ ਬਸਤਰ ਸਾਫ਼ ਸਫੈਦ ਉੱਪਰ ਲੈ ਲਿਆ ਹੈ। ਜਿਉਂ ਗਜ ਫੂਲ ਮਾਲ ਕੋ ਡਾਰੇ। ਤੇ ਜਿਵੇਂ ਹਾਥੀ ਦੇ ਜਿਹੜੇ ਹੈ ਮਾਲਾ ਪਾਤੀ, ਉਹ ਨਾਲ ਹੀ ਸੁੰਡ ਨਾਲ ਉਹਨੂੰ ਫੜ ਕੇ ਗਲੋਂ ਲਾ ਦਿੰਦਾ। ਇਸ ਕਰਕੇ ਫਿਰ ਇਹ ਪ੍ਰਮਾਣ ਦਿੱਤੇ ਜਾਂ ਸੱਪ ਦੀ ਕੁੰਜ ਤਿਆਗਣ ਦਾ ਜਾਂ ਹਾਥੀ ਦੇ ਮਾਲਾ ਲਾਉਣ ਦਾ। ਕਿ ਜਿਵੇਂ ਭਾਈ ਹਾਥੀ ਫੁੱਲਾਂ ਦੀ ਮਾਲਾ ਜਿਹੜੀ ਹੈ ਗਲ ਚੋਂ ਲਾਹ ਕੇ ਸੁੱਟ ਦਿੰਦਾ ਹੈ, ਤਿਉਂ ਤਨ ਤਿਆਗ ਬਕੁੰਠ ਪਧਾਰੇ। ਉਸੇ ਤਰ੍ਹਾਂ ਗੁਰੂ ਰਾਮਦਾਸ ਜੀ ਸਰੀਰ ਛੱਡ ਕਰਕੇ ਬਕੁੰਠ ਚਲੇ ਗਏ। ਅਗਮ ਪੁਰੇ ਗਨ ਸ਼ੁਭ ਸਭ ਆਏ। ਤੋ ਸਾਰੇ ਭਾਈ ਅਗਮਪੁਰੀਆਂ ਦੇ ਜਿੰਨੇ ਵੀ ਦੇਵਤੇ ਹਨ ਸਾਰੇ ਆ ਗਏ। ਬ੍ਰਹਮਾ ਨਾਰਦ ਸੰਭ ਸੁਹਾਏ। ਬ੍ਰਹਮਾ ਤੇ ਨਾਰਦ ਸੰਭੂ ਇਤਿਆਦਿਕ ਸਾਰੇ ਸੋਭਦੇ ਨੇ। ਭਇਓ ਪ੍ਰਕਾਸ਼ ਆਕਾਸ਼ ਵਿਸਾਲਾ। ਪ੍ਰਕਾਸ਼ ਹੋ ਗਿਆ ਆਕਾਸ਼ ਦੇ ਵਿੱਚ ਬਹੁਤ ਜ਼ਿਆਦੇ। ਬਹੁ ਬੇਬਾਨ ਦੀਪਤ ਮਣ ਜਾਲਾ।
ਤੇ ਬਹੁਤ ਵਿਵਾਨ ਜਿਹੜੇ ਹਨ ਉਹ ਬਹੁਤ ਮਣੀਆਂ ਜੜੇ ਹੋਏ ਪ੍ਰਕਾਸ਼ ਦੇ ਨੇ। ਧਨਦ ਬਰਨ ਸਭ ਲੋਕਨ ਪਾਲਕ। ਫਿਰ ਧਨਦ ਵੀ ਆ ਗਿਆ ਹੈ, ਕੁਬੇਰ ਵੀ, ਭਾਈ ਸਾਰੇ ਜੋ ਲੋਕਾਂ ਨੂੰ ਪਾਲਣ ਵਾਲਾ ਹੈ। ਦੇਵ ਅਨਕ ਆਏ ਤਤਕਾਲਕ। ਤੁਰੰਤ ਹੀ ਹੋਰ ਅਨੇਕਾਂ ਦੇਵਤੇ ਪਹੁੰਚ ਗਏ। ਜੈ ਜੈ ਸ਼ਬਦ ਸੁਰਨ ਮਹਿ ਹੋਵਾ। ਦੇਵਤਿਆਂ ਵਿੱਚ ਜੈ ਜੈਕਾਰ ਦੇ ਸ਼ਬਦ ਹੋਣ ਲੱਗੇ ਹਨ। ਕਰਤ ਕੋਲਾਹਲ ਮੰਗਲ ਜੋਵਾ। ਸਾਰੇ ਮੰਗਲ ਕਰਨ ਲੱਗੇ ਨੇ। ਮਹਿਮਾ ਦੇ ਬਹੁਤ ਕੋਲਾਹਲ ਆਕਾਸ਼ ਵਿੱਚ ਹੋ ਰਹੀ ਹੈ। ਉਤਸ਼ਵ ਕਰਹਿ ਅਨੇਕ ਪ੍ਰਕਾਰੇ। ਔਰ ਅਨੇਕਾਂ ਤਰ੍ਹਾਂ ਦੇ ਦੇਵਤੇ ਜਿਹੜੇ ਹੈ ਉਹ ਅਨੇਕਾਂ ਤਰ੍ਹਾਂ ਦੇ ਉਤਸ਼ਵ ਕਰਦੇ ਹਨ। ਭਰ ਭਰ ਅੰਜਲ ਫੂਲਨ ਡਾਰੇ। ਬੁੱਕ ਭਰ ਭਰ ਕੇ ਫੁੱਲਾਂ ਦੇ ਸੁੱਟਦੇ ਹਨ। ਜਹ ਕਹਿ ਬੜ ਸੁਗੰਧ ਬਿਸਥਾਰੀ। ਆਕਾਸ਼ ਦੇ ਵਿੱਚ ਜਿੱਥੇ ਕਿੱਥੇ ਵੀ ਵੇਖੋ ਬਹੁਤ ਵੱਡੀ ਸੁਗੰਧੀ ਜਿਹੜੀ ਹੈ ਫੈਲੀ ਹੈ। ਬਿਸਮਤ ਭਏ ਹੇਰ ਨਰ ਨਾਰੀ। ਜਿੰਨੇ ਮਾਈ ਭਾਈ ਨੇ ਇਸ ਤਰ੍ਹਾਂ ਇੰਨਾ ਸੁਗੰਧਿਤ ਹੋ ਗਿਆ ਸਾਰਾ ਆਕਾਸ਼। ਇਹ ਵੇਖ ਕੇ ਮਾਈ ਭਾਈ ਹੈਰਾਨ ਹੋ ਰਹੇ ਹਨ। ਇੱਕ ਬਿਵਾਨ ਜੋ ਬਹੁਤ ਉਤਵੰਨਾ। ਫਿਰ ਇੱਕ ਬਿਵਾਨ ਆਇਆ ਜੋ ਬਹੁਤ ਹੀ ਵੱਡਾ ਸੋਹਣਾ ਸੁੰਦਰ ਪ੍ਰਕਾਸ਼ ਰਿਹਾ। ਤਾਂ ਮੈਂ ਚੜੇ ਗੁਰੂ ਭਗਵਾਨਾ। ਤੇ ਉਸ ਦੇ ਵਿੱਚ ਭਗਵਾਨ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਬਿਰਾਜਮਾਨ ਹੋ ਗਏ। ਹਰ 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 ਜੀ ਸ਼ਕਰ ਉਠਾਏ। ਹਰ 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 ਜੀ। ਹਰ ਭਾਵ ਵਿਸ਼ਨੂੰ ਜੀ, ਹਰ ਬ੍ਰਹਮਾ, ਹਰ ਸ਼ਿਵ, ਤੇ ਸ਼ੁਕਰ ਦਾ ਭਾਵ ਹੈ ਇੰਦਰ। ਇਉਂ ਸਭ ਨੇ ਭਗਵਾਨ ਉਠਾਇਆ ਹੈ। ਜੈ 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 ਗੁਰ ਊਚ ਅਲਾਏ। ਸਾਰੇ ਉੱਚੀ ਉੱਚੀ ਜੈ ਜੈਕਾਰ ਸਤਿਗੁਰੂ ਦੀ ਕਰਦੇ ਹਨ। ਨਭ ਮਾਰਗ ਮੈਂ ਚੱਲੇ ਤਦਾਏ। ਤਦ ਫਿਰ ਆਕਾਸ਼ ਦੇ ਮਾਰਗ ਤੇ ਚੱਲ ਪਏ। ਸੁਰ ਸੰਗ ਜਾਵੇ ਆਨੰਦ ਵਡਾਏ। ਦੇਵਤੇ ਨਾਲ ਜਾ ਰਹੇ ਨੇ ਜੋ ਸਾਰੇ ਖੁਸ਼ੀ ਵਧਾਉਂਦੇ ਹਨ। ਜਹ ਜਹ ਲਗ ਜਹ ਸ਼ਕਤੀ ਆਹੀ। ਤੋ ਜਿੱਥੇ ਜਿੱਥੇ ਤੱਕ ਭਾਈ ਜੀ ਦੀ ਜਾਣ ਦੀ ਪਹੁੰਚ ਦੀ ਸ਼ਕਤੀ ਸੀ, ਚੱਲੇ ਤਹਾਂ ਲਗ ਗੁਰ ਦਰਸਾਹੀ। ਉੱਥੇ ਤੱਕ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨਾਲ ਚੱਲੇ ਹਨ। ਪੁਨ ਪਗ ਬੰਦੇ ਮੁਰੇ ਪਿਛਾਰੀ। ਫਿਰ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕਰਕੇ ਪਿੱਛੇ ਮੁੜ ਪੈਂਦੇ, ਆਪਣੀ ਪੁਰੀ ਵਿੱਚ ਚਲੇ ਜਾਂਦੇ ਆ। ਉਦੋਂ ਅੱਗੇ ਫਿਰ ਜਿਨ੍ਹਾਂ ਦੀ ਪਹੁੰਚ ਹੁੰਦੀ ਆ ਉਹ ਅੱਗੇ ਜਾਂਦੇ ਨੇ। ਇਸ ਤਰ੍ਹਾਂ ਚੱਲਦੇ ਚੱਲਦੇ ਭਾਈ ਸਾਰੇ ਫਿਰ ਆਖਰ ਆਪੋ ਆਪਣੀਆਂ ਪੁਰੀਆਂ ਚਲੇ ਗਏ। ਅੱਗੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਇਕੱਲੇ ਹੀ ਗੁਰ ਪਹੁੰਚੇ ਸੱਚਖੰਡ ਮਝਾਰੀ। ਗੁਰੂ ਰਾਮਦਾਸ ਜੀ ਸੱਚਖੰਡ ਵਿੱਚ ਪਹੁੰਚ ਗਏ। ਇਤ ਗੁਰ ਤਨ ਢਿਗ ਨਰ ਸਮਦਾਏ। ਇਧਰ ਹੁਣ ਗੁਰੂ ਸਾਹਿਬ ਜੀ ਦੇ ਸਰੀਰ ਦੇ ਕੋਲ ਸਾਰੇ ਜਿੰਨੇ ਵੀ ਪ੍ਰਾਣੀ ਹਨ, ਪਿਖ ਅਸ ਕੌਤਕ ਅਚਰਜ ਥਾਏ। ਐਸਾ ਕੌਤਕ ਵੇਖ ਕੇ ਬਹੁਤ ਅਚਰਜ ਹੋਏ ਹਨ। ਧੰਨ ਗੁਰੂ ਗਤ ਜਾਏ ਨਾ ਜਾਨੀ। ਕਹਿੰਦੇ ਧੰਨ ਨੇ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦੀ ਗਤ, ਜਿਨ੍ਹਾਂ ਦੀ ਮਹਿਮਾ ਨੂੰ, ਭੇਦ ਨੂੰ ਜਾਣਿਆ ਨਹੀਂ ਜਾਂਦਾ। ਤਨ ਸੋ ਛੰਦ ਤਿਆਗਿਓ ਗੁਣ ਖਾਨੀ। ਜਿਨ੍ਹਾਂ ਗੁਰੂ ਗੁਣਾਂ ਦੀ ਖਾਣ ਗੁਰੂ ਰਾਮਦਾਸ ਜੀ ਨੇ ਦੇਖੋ ਆਪਣੀ ਸਵੈ ਇੱਛਾ ਦੇ ਮੁਤਾਬਕ ਤਨ ਨੂੰ ਤਿਆਗ ਦਿੱਤਾ। ਸਭ ਹਨ ਕੇ ਮਨ ਸ਼ੋਕ ਸੋ ਹੋਵਾ। ਹੁਣ ਸਾਰਿਆਂ ਦੇ ਮਨ ਨੂੰ ਸੋਗ ਦੁੱਖ ਹੋਇਆ ਹੈ। ਗੁਰ ਵਿਚਰਨ ਤੇ ਧੀਰਜ ਖੋਵਾ। ਗੁਰੂ ਸਾਹਿਬ ਜੀ ਦਾ ਇਹ ਵਿਛੋੜੇ ਤੋਂ ਸਾਰਿਆਂ ਨੇ ਇੱਕ ਵਾਰੀ ਆਪਣਾ ਧੀਰਜ ਹੌਸਲਾ ਜਿਹਾ ਖੋ ਦਿੱਤਾ ਹੈ। ਪਰ ਸਤਿਗੁਰ ਕੋ ਚਿਤ ਉਪਦੇਸ਼।
ਫਿਰ ਨਾਲ ਹੀ ਭਾਈ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਉਹ ਚਿੱਤ ਵਿੱਚ ਆਇਆ ਹੈ। ਮਮ ਪਾਛੇ ਹੋਏ ਸ਼ੋਕ ਨਾ ਲੇਸ, ਜੋ ਮਹਾਰਾਜ ਨੇ ਕਿਹਾ ਸੀ ਭਾਈ ਸਤ ਤੋਂ ਬਾਅਦ ਲੇਸ ਮਾਤਰ ਵੀ, ਭੋਰਾ ਪਰ ਵੀ ਕੋਈ ਸੋਗ ਨਹੀਂ ਕਰਨਾ ਹੈ। ਪਠੈ ਕੀਰਤਨ ਸ੍ਰੀ ਸਤਨਾਮ, ਸੱਚਾ ਨਾਮ ਜਪਣਾ ਹੈ, ਕੀਰਤਨ ਕਰਨਾ, ਜਸ ਮਹਿਮਾ ਕਰਨੀ ਹੈ। ਵਾਹਿਗੁਰੂ ਮੁਖ ਰਰੈ ਤਮਾਮ, ਸਾਰੇ ਭਾਈ ਮੁਖੋਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਧਰੀ ਧੀਰ ਭਾਨੀ ਨਹਿ ਰੋਈ, ਹੁਣ ਮਹਾਰਾਜ ਨੇ ਕਿੱਡੀ ਕਿਰਪਾ ਕਰ ਦਿੱਤੀ, ਸਾਰੀ ਮਾਇਆ ਹੀ ਲਾਤੀ ਤਾਂ ਬਹੁਤ ਵੱਡਾ ਧੀਰਜ ਮਾਤਾ ਧਾਨੀ ਭਾਨੀ ਜੀ ਨੇ ਧਰਿਆ, ਉਹ ਰੋਏ ਨਹੀਂ ਹਨ। ਬੈਠੀ ਪਤੀ ਸਮੀਪ ਸੋਹੋਈ, ਇਉਂ ਪਤੀ ਸਤਿਗੁਰੂ ਜੀ ਦੇ ਕੋਲ ਬੈਠੇ ਹਨ। ਨਿਕਟ ਹੁਤੇ ਗੁਰ ਸੁਤ ਜੁਗ ਭਰਾਤਾ, ਕੋਲ ਹੀ ਭਾਈ ਗੁਰੂ ਸਾਹਿਬ ਜੀ ਦੇ ਪੁੱਤਰ ਦੋਵੇਂ ਭਰਾ ਹਨ। ਦਿਸ ਦੂਸਰ ਸ੍ਰੀ ਅਰਜਨ ਤਾਤਾ, ਦੂਜੇ ਪਾਸੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਤੂਸਨ ਠਾਨ ਹਿਰਦੇ ਬਿਸਮਾਏ, ਚੁੱਪ ਧਾਰੀ ਹੋਈ ਹੈ, ਹਿਰਦੇ ਵਿੱਚ ਬਿਸਮਾਦ ਹਨ। ਬ੍ਰਿਧ ਨੇ ਤਬ ਇਮ ਬਾਕ ਹਲਾਏ, ਬਾਬਾ ਬੁੱਢਾ ਜੀ ਨੇ ਫਿਰ ਇਸ ਤਰ੍ਹਾਂ ਬਚਨ ਕਹੇ ਹਨ। ਬੈਠਤ ਕਿਆ ਬਨ ਹੈ ਇਸ ਕਾਲਾ, ਭਾਈ ਇਸ ਸਮੇਂ ਬੈਠ ਕੇ ਕੀ ਬਣ ਸਕਦਾ ਹੈ। ਹੋਏ ਉਚਿਤ ਕ੍ਰਿਤ ਕਰੋ ਵਿਸਾਲਾ, ਜੋ ਹੁਣ ਉਚਿਤ ਹੈ ਕੰਮ ਕਰਨਾ ਉਹ ਭਾਈ ਮਹਾਨ ਕਾਰਜ ਕਰੋ। ਖੁਤੋ ਦਰਸ ਗੁਰ ਪਾਛਲ ਸਮ, ਇਉਂ ਕਹਿੰਦੇ ਦੇਖੋ ਖੁਤੋ ਦਰਸ, ਜਿਹੜਾ ਹੁਣ ਪਿਛਲੇ ਸਮੇਂ ਗੁਰੂ ਕਾ ਦਰਸ਼ਨ ਹੋਇਆ ਹੈ। ਪਿਖੇ ਸੁਨੇ ਕਰ ਲੀਨ ਸਨਮ, ਉਹ ਜੀ ਨੇ ਪਿਖਿਆ ਸੁਣਿਆ ਹੈ, ਇਉਂ ਸਭ ਨੇ ਭਾਈ ਦਰਸ਼ਨ ਵੀ ਕਰ ਲਏ, ਗੁਰੂ ਕੇ ਬਚਨ ਵੀ ਸੁਣ ਲਏ, ਤਿਉਂ ਨਮਸਕਾਰ ਵੀ ਕੀਤੀ। ਸਕਲ ਵਸਤ ਕੋ ਕਰੋ ਹੋ ਸਕੇਲਾ, ਤੇ ਹੁਣ ਸਾਰੀ ਜਿਹੜੀ ਵਸਤੂ ਹੈ ਉਸ ਨੂੰ ਇਕੱਠਾ ਕਰੋ ਭਾਈ। ਸਗਰੇ ਸਿੱਖ ਸੰਗਤ ਕਰ ਮੇਲਾ, ਸਾਰੀਆਂ ਸਿੱਖ ਸੰਗਤਾਂ ਇਕੱਠਾ ਮੇਲ ਜੋਲ ਕਰਕੇ। ਸੁਨ ਕਾਰੀਗਰ ਤਬੈ ਬੁਲਾਇਓ, ਤੇ ਸੁਣ ਕੇ ਫਿਰ ਤਦ ਕਾਰੀਗਰ ਨੂੰ ਬੁਲਾਇਆ। ਪਹਿਲੇ ਸਮੇਂ ਵਿੱਚ ਲੱਕੜ ਦੀ ਅਰਥੀ ਉਦੋਂ ਹੀ ਤਿਆਰ ਕਰਦੇ ਹੁੰਦੇ ਸੀ, ਹੌਲੀ ਹੌਲੀ ਫਿਰ ਉਹ ਜਿਹੜੀਆਂ ਫਿਰ ਬਣ ਗਈਆਂ ਨੇ, ਤੇ ਉਸ ਸਮੇਂ ਕਾਰੀਗਰ ਨੂੰ ਸੱਦਿਆ ਹੈ। ਸੁੰਦਰ ਰੁਚਿਰ ਵਿਮਾਨ ਬਨਾਇਓ, ਸੋਹਣਾ ਸੁੰਦਰ ਇੱਕ ਚੰਗਾ ਵਿਮਾਨ ਅਰਥੀ ਬਣਾਈ ਹੈ। ਬਹੁ ਚੰਦਨ ਕੇ ਭਾਰ ਪਠਾਏ, ਫਿਰ ਚੰਦਨ ਦੀ ਲੱਕੜ ਦੇ ਬਹੁਤ ਭਾਰ ਭਾਵ ਬਹੁਤ ਲੱਕੜਾਂ ਜਿਹੜੀਆਂ ਉਹ ਪਠਾਈਆਂ ਭਾਵ ਭੇਜੀਆਂ ਹੈ। ਭਾਰ ਜਿਹੜਾ ਉਹ ਲਗਭਗ ਕੱਚੇ ਮਣ ਨੂੰ ਇੱਕ ਭਾਰ ਪੁਰਾਣੇ ਗ੍ਰੰਥਾਂ ਵਿੱਚ ਕਹਿੰਦੇ ਸਨ। ਜਹ ਗੁਰ ਅਮਰ ਦਾਹ ਕਰਵਾਏ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸੰਸਕਾਰ ਸਰੀਰ ਦਾ ਕਰਵਾਇਆ ਸੀ। ਨਦੀ ਬਿਪਾਸਾ ਤਟ ਪਰ ਜਾਨ, ਜੋ ਬਿਆਸਾ ਨਦੀ ਦੇ ਕਿਨਾਰੇ ਪਰ ਜਾ ਕਰਕੇ। ਚਿਤਾ ਰਚੀ ਸ਼ੁਭ ਮਤਨ ਮਹਾਨ, ਉਹ ਚੰਗੀ ਮੱਤ ਵਾਲਿਆਂ ਨੇ ਭਾਈ ਚਿਤਾ ਜਿਹੜੀ ਹੈ ਉਹ ਮਹਾਨ ਚਿਖਾ ਰਚ ਦਿੱਤੀ ਹੈ। ਸਭ ਗੁਰ ਸੁਤ ਮਿਲ ਦਦ ਜਲ ਆਨੇ, ਸਾਰੇ ਗੁਰੂ ਪੁੱਤਰ ਮਿਲ ਕੇ ਆਏ, ਦਦ ਦਹੀਂ ਜਲ ਇਤਿਆਦਿਕ ਲੈ ਆਏ। ਸ੍ਰੀ ਗੁਰ ਦੇਹ ਕਰਾਏ ਇਸ਼ਨਾਨੇ, ਤੇ ਸ੍ਰੀ ਗੁਰੂ ਮਹਾਰਾਜ ਦੇ ਪਵਿੱਤਰ ਸਰੀਰ ਦਾ ਇਸ਼ਨਾਨ ਕਰਵਾਇਆ ਹੈ। ਬੜ ਚਾਦਰ ਤਬ ਸੁੰਦਰ ਲਗਾਏ, ਸੋਹਣੀ ਸੁੰਦਰ ਵੱਡੀ ਚਾਦਰ ਲਾਈ ਪਾਈ ਹੈ। ਸ੍ਰੀ ਗੁਰ ਕੇਰ ਸਰੀਰ ਰਹਿ ਪਾਏ, ਉਹ ਭਾਈ ਸੋਹਣੀਆਂ ਸੁੰਦਰ ਚਾਦਰਾਂ ਲਿਆ ਕੇ, ਬੜ ਚਾਦਰ ਤਬ ਸੁੰਦਰ ਲਿਆਏ। ਸ੍ਰੀ ਗੁਰ ਕੇਰ ਸਰੀਰ ਰਹਿ ਪਾਏ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਰੀਰ ਪਰ ਪਾਈਆਂ ਹਨ।
ਰੁਚਰ ਬਿਬਾਨਹਿ ਮਹਿ ਪਹੁੜਾਇਓ। ਫਿਰ ਪਾਵਨ ਸਰੀਰ ਨੂੰ ਸੋਹਣੇ ਸੁੰਦਰ ਬਿਬਾਨ ਦੇ ਵਿੱਚ ਪਾਇਆ ਹੈ। ਉੱਪਰ ਪਟ ਦੇ ਭਲੇ ਸੁਹਾਇਓ। ਤੇ ਉੱਪਰ ਭਾਈ ਰੇਸ਼ਮੀ ਬਸਤਰ ਚਿੱਟੇ ਭਲੀ ਪ੍ਰਕਾਰੋ ਪਾਏ ਸ਼ੋਭਦੇ ਹਨ। ਫੂਲ ਮਾਲ ਚੌਹਦਿਸ ਲਰਕਾਈ। ਤੇ ਚਾਰੇ ਪਾਸੇ ਬਿਬਾਨ ਦੇ ਫੁੱਲਾਂ ਦੀਆਂ ਮਾਲਾ ਲਟਕਾਈਆਂ ਹਨ। ਰਾਗੀ ਆਵੇ ਕੀਰਤਨ ਗਾਈ। ਰਾਗੀ ਆ ਗਏ, ਉਹ ਕੀਰਤਨ ਗਾਉਂਦੇ ਨੇ। ਸਿੱਖ ਸੰਗਤ ਮਿਲ ਕੇ ਸਮੁਦਾਇ। ਸਾਰੀਆਂ ਸਿੱਖ ਸੰਗਤਾਂ ਮਿਲ ਕਰਕੇ ਅੰਜਨ ਫੂਲਨ ਕੋ ਬਰਖਾਏ। ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕਰਦੀਆਂ ਹਨ। ਜੈ ਜੈਕਾਰ ਊਚ ਪੁਨ ਹੋਵਾ। ਤੇ ਫਿਰ ਉੱਚੀ ਉੱਚੀ ਭਾਈ ਸਾਰੇ ਜੈ ਜੈਕਾਰ ਕਰ ਰਹੇ ਨੇ। ਗੁਰੂ ਸਾਹਿਬ ਦੀ ਉਸਤਤ ਕਰ ਰਹੇ ਹੈ। ਗੁਰੂ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਜੋ ਜੋ ਸਤਿਗੁਰਾਂ ਨੇ ਕੀਤੀਆਂ ਉਹ ਚਿਤਾਰ ਰਹੇ ਨੇ, ਮਹਿਮਾ ਕਰ ਰਹੇ ਹਨ। ਮਨਹੁ ਬਿਵਾਨ ਸੁਰਗ ਜੈ ਜੈਕਾਰ ਊਚ ਪੁਨ ਹੋਵਾ। ਉੱਚੀ ਉੱਚੀ ਫਿਰ ਜੈ ਜੈਕਾਰ ਹੋਈ। ਮਨਹੁ ਬਿਵਾਨ ਸੁਰਗ ਕੋ ਜੋਵਾ। ਮਾਨੋ ਕੋਈ ਸਵਰਗਾਂ ਨੂੰ ਹੀ ਜਿਹੜਾ ਬਿਵਾਨ ਹੈ ਉਹ ਜਾ ਰਿਹਾ ਹੈ। ਸ੍ਰੀ ਅਰਜਨ ਕੋ ਆਗੈ ਕਰੇ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੱਗੇ ਕੀਤਾ ਹੈ। ਕਰ ਅਰਦਾਸ ਕੰਧ ਪਰ ਧਰੇ। ਤੇ ਅਰਦਾਸ ਕੀਤੀ ਔਰ ਫਿਰ ਜੋ ਬਿਵਾਨ ਹੈ ਜਿਵੇਂ ਕਾਨੀ ਲੱਗਦੇ ਇਉਂ ਸਤਿਗੁਰਾਂ ਨੇ ਕਾਨੇ ਪਰ ਕੰਧੇ ਧਰਿਆ ਹੈ। ਕਰੈ ਆਪਨ ਪਉ ਸਫਲ ਵਿਸਾਲਾ। ਇਉਂ ਆਪ ਵੀ ਤੇ ਸਾਰਿਆਂ ਨੂੰ ਬੇਅੰਤ ਸਫਲਾ ਕੀਤਾ ਹੈ। ਲੱਗੇ ਬਿਬਾਨ ਸਾਥ ਸਿੱਖ ਜਾਲਾ। ਬਿਬਾਨ ਦੇ ਨਾਲ ਹੋਰ ਬੇਅੰਤ ਸਿੱਖ ਲੱਗ ਗਏ ਹਨ। ਆਗੇ ਸ਼ਬਦ ਰਬਾਬੀ ਗਾਵਤ। ਤੇ ਅੱਗੇ ਜਿਹੜੇ ਰਬਾਬੀ ਨੇ ਕੀਰਤਨ ਕਰਨ ਵਾਲੇ ਹਨ ਉਹ ਗੁਰਬਾਣੀ ਦੇ ਸ਼ਬਦ ਗਾ ਰਹੇ ਨੇ। ਜਿਨ ਸੁਨ ਬੜ ਬਰਾਗ ਮਨ ਆਵਤ। ਜਿਨ੍ਹਾਂ ਨੂੰ ਸੁਣ ਕਰਕੇ ਮਨ ਦੇ ਵਿੱਚ ਸਿੱਖ ਸੰਗਤਾਂ ਦੇ ਵੱਡਾ ਵਿਰਾਗ ਆ ਰਿਹਾ ਹੈ। ਖੜੇ ਹੋਏ ਪੌੜੀ ਜਬ ਲਾਵਤ। ਇਉਂ ਬਾਰ ਗਾਉਂਦੇ ਆ। ਜਦੋਂ ਪੌੜੀ ਪੜ੍ਹਦੇ ਨੇ ਫਿਰ ਖੜ ਕੇ ਪੜ੍ਹਦੇ ਤੇ ਫਿਰ ਤੁਰ ਪੈਣਾ। ਇਸ ਤਰ੍ਹਾਂ ਖੜੇ ਹੋ ਕੇ ਜਦੋਂ ਭਾਈ ਪੌੜੀ ਲਾਉਂਦੇ ਆ, ਭਾਵ ਜਿਵੇਂ ਵਾਰ ਦੀ ਪੌੜੀ ਹੁੰਦੀ ਹੈ, ਉਹ ਜਦੋਂ ਪੜ੍ਹਦੇ ਨੇ ਦੇਤ ਦਰਬ ਤਿਨ ਆਗੇ ਜਾਵਤ। ਤੇ ਲੋਕ ਦਰਬ ਮਾਇਆ ਦਿੰਦੇ ਆ। ਕਿਉਂ? ਹੁਣ ਤਾਂ ਜ਼ਮਾਨਾ ਹੋਰ ਹੈ ਨਾ। ਹੁਣ ਤਾਂ ਕਈਆਂ ਨੇ ਦੇਣੇ 10 ਰੁਪਏ ਨਹੀਂ ਹੁੰਦੇ, ਗਿਣਤੀ ਜ਼ਰੂਰ ਕਰਦੇ ਆ ਕੀਰਤਨ ਵਾਲਿਆਂ ਦੀ ਵੀ ਬਹੁਤ ਹੋ ਗਏ ਆ। ਕਈ ਜਗ੍ਹਾ ਤੇ ਦੇਖੋ ਜਾਈਦਾ ਜਦੋਂ ਉਹ ਹੁਣ ਨਾ ਸਮਝ ਵੀ ਹੁੰਦੇ ਆ ਜੋ ਪਹਿਲਾਂ ਹੀ ਕਿੰਨੇ ਹੀ ਮਾਇਆ ਹੈ ਜੀ। ਨਾਲ ਹੀ ਕਹਿਣਗੇ ਉਹ ਸਾਡੇ ਇਕੱਠ ਬਹੁਤ ਹੋ ਜਾਣਾ। ਉਹਦਾ ਭਾਵ ਹੈ ਉਹ ਸੰਕੇਤ ਦਿੰਦੇ ਆ ਵੀ ਤੁਹਾਨੂੰ ਵਾਜੇ ਤੇ ਬਹੁਤ ਹੋ ਜਾਣੇ, ਥੋੜੇ ਹੀ ਮੰਗਿਓ, ਹੋਰ ਚਾਹੇ ਲੱਖਾਂ। ਇਹ ਵੀ ਪਾਸਾ ਹੈ ਜਿੱਥੇ ਗੁਰਮੁਖੋ ਇਹ ਵੀ ਮੰਨਣ ਵਿੱਚ ਹੈ ਕਿ ਸਾਡੇ ਵਰਗੇ ਸੇਵਾਵਾਂ ਨਿਭਾਉਣ ਵਾਲਿਆਂ ਵਿੱਚ ਵੀ ਲੱਖਾਂ ਕਮੀਆਂ, ਉੱਥੇ ਸੰਗਤੀ ਤੌਰ ਤੇ ਕਾਰਜ ਕਰਾਉਣ ਵਾਲਿਆਂ ਵਿੱਚ ਵੀ ਲੱਖਾਂ ਕਮੀਆਂ। ਹੋਰ ਕਾਰਜਾਂ ਤੇ ਲੱਖਾਂ ਰੁਪਈਆ ਖਰਚ ਦੇਣਾ, ਪਰ ਫਿਰ ਜਾ ਕੇ ਪਾਠੀ ਸਿੰਘਾਂ ਨਾਲ, ਗ੍ਰੰਥੀ ਨਾਲ, ਕੀਰਤਨ ਵਾਲਿਆਂ ਨਾਲ, ਉਹਨਾਂ ਨਾਲ ਫਿਰ ਜਾ ਕੇ ਜਿੱਦਣਾ 100-100 ਰੁਪਈਏ ਪਿੱਛੇ। ਇਸ ਕਰਕੇ ਇਹ ਵੀ ਦੁਖਾਂਤ ਹੈ ਵੱਡਾ। ਇਉਂ ਹੀ ਹੈ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਂਦੀਆਂ ਤੇ ਹਾਲਾਤ ਜਿਹੜੇ ਆ ਉਹ ਹੁਣ ਕੋਈ ਆਉਣ ਵਾਲੇ ਸਮੇਂ 'ਚ ਬਾਹਲੇ ਵਧੀਆ ਨਹੀਂ ਦਿਸਦੇ। ਤੁਸੀਂ ਦੇਖ ਲਓ ਨਿਗਾਹ ਮਾਰ ਕੇ, ਕੋਈ ਵੀ ਨਵਾਂ ਨੌਜਵਾਨ ਨਾ ਤਾਂ ਪਾਠੀ ਬਣਨ ਨੂੰ ਤਿਆਰ ਹੈ, ਗ੍ਰੰਥੀ ਕੀਰਤਨੀਆਂ ਕੋਈ ਬਣਨ ਨੂੰ ਤਿਆਰ ਨਹੀਂ, ਸਾਜ਼ ਨਹੀਂ ਕੋਈ ਸਿੱਖਦਾ।
ਇੱਕ ਤਾਂ ਹੁਣ ਸਾਰਿਆਂ ਨੂੰ ਆਪਾਂ ਨੂੰ ਹੋ ਗਿਆ, ਬੱਚੇ ਆਪਾਂ ਸੋਚਦੇ ਆਂ ਵਿਦੇਸ਼ ਭੇਜੀਏ, ਫਿਰ ਉਹ ਜਿਹੇ ਸਕੂਲਾਂ 'ਚ ਪੜ੍ਹਾਉਂਦੇ ਆ, ਟਾਈਮ ਬੱਚਿਆਂ ਕੋਲ ਨਹੀਂ। ਇੱਥੇ ਆਪਾਂ ਵੇਖਦੇ ਕਿ ਹੁਣ ਤਾਂ ਬੱਚੇ ਹੀ ਬਹੁਤ ਘੱਟ, ਕੋਈ ਵਿਰਲਾ, ਨਹੀਂ ਤਾਂ 50-60 ਬੱਚੇ। ਕੋਈ ਆਪਣਾ ਛੋਟਾ ਜਿਹਾ ਨਗਰ ਹੈ, ਅੰਮ੍ਰਿਤ ਵੇਲੇ ਸੰਥਿਆ ਕਰਨ ਆਉਂਦੇ ਹੁੰਦੇ, ਤੇ ਹੁਣ ਨਾ ਤਾਂ ਮਾਂ-ਬਾਪ ਨੂੰ ਇੱਛਾ ਹੈ ਤੇ ਇਸ ਕਰਕੇ ਕੋਈ ਚਾਹੁੰਦਾ ਨਹੀਂ ਹੈ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਇੱਕ ਤਾਂ ਕਿਉਂਕਿ ਸਕੂਲੇ ਸਾਂਝਰੇ ਭੇਜਣੇ ਹੁੰਦੇ, ਇਸ ਕਰਕੇ ਫਿਰ ਮਾਤਾ ਪਿਤਾ ਉਠਾਉਂਦੇ ਨਹੀਂ। ਜੇ ਉਠਾਉਂਦੇ ਉਹ ਕਹਿੰਦੇ ਜੀ ਗੱਡੀਆਂ ਬਹੁਤ ਸਾਂਝਰੇ ਆ ਜਾਂਦੀਆਂ, ਤੇ ਛੋਟਾ ਜਿਹਾ ਪਿੰਡ ਆਪਾਂ ਵੇਖਦੇ ਆਂ ਵੀ 12-13 ਬੱਸਾਂ ਆਉਂਦੀਆਂ ਜਵਾਕ ਚੱਕਣ ਵਾਸਤੇ, ਤੇ ਉਹ ਹੁਣ ਫਿਰ ਉਹ ਜਿਹੇ ਕਰਕੇ ਹੈ। ਪਰ ਉਦਮ ਕਰਨਾ ਚਾਹੀਦਾ ਹੈ। ਆਦਤ ਜਿਹੋ ਜੀ ਮਰਜ਼ੀ ਬੱਚਿਆਂ ਨੂੰ ਬਣਾ ਦਿਓ, ਤੇ ਕੋਸ਼ਿਸ਼ ਕਰੋ ਕਰਮਾਂ ਵਾਲਿਓ ਭਾਈ ਭੇਜਿਆ ਕਰੋ। ਅੰਮ੍ਰਿਤ ਵੇਲੇ ਵੀ ਸ਼ਾਮ ਨੂੰ ਇੱਥੇ ਕਲਾਸ ਲੱਗਦੀ ਹੈ ਸਾਜ। ਹੁਣ ਥੋੜੀ ਗਰਮੀ ਹੈ, ਇਸ ਕਰਕੇ ਇਸ ਉਦੋਂ ਹੁਣ ਸੰਕੋਚ ਹੋ ਜਾਂਦਾ ਹੈ। ਹੋਰ ਮਹੀਨੇ ਤਾਈਂ ਮੌਸਮ ਠੀਕ ਹੋ ਜਾਏਗਾ ਤੇ ਸਵੇਰੇ ਸ਼ਾਮ ਸਹੀ ਹੋਇਆ ਕਰੂ, ਤੇ ਫਿਰ ਕੋਸ਼ਿਸ਼ ਕਰਿਆ ਕਰੋ। ਆ ਜਦੋਂ ਹੁਣ ਸਾਉਣ ਮਹੀਨਾ ਹੈ, ਲਗਭਗ ਹੁਣ ਭਾਦਰੋਂ ਸ਼ੁਰੂ ਹੋਣ ਵਾਲਾ, 17 ਦੀ ਸੰਗਰਾਂਦ ਹੈ, ਤੇ ਭਾਦੋਂ ਮਹੀਨਾ ਜਦੋਂ ਲੰਘ ਗਿਆ, ਚਲੋ ਉਸ ਤੋਂ ਬਾਅਦ ਹੀ ਸਹੀ ਫਿਰ ਆਪਾਂ ਬੇਨਤੀ ਕਰਾਂਗੇ। ਇਹ ਵਿਚਾਰ ਹੈ ਮੇਰੀ ਸੰਗਤਾਂ ਨਾਲ ਇਕੱਠ ਕਰਕੇ ਵੀ ਇਸ ਪਾਸੇ ਨੂੰ ਬੱਚਿਆਂ ਨੂੰ ਕੋਸ਼ਿਸ਼ ਕਰਨੀ ਹੈ। ਫਿਰ ਆਪਾਂ ਸਵੇਰੇ ਸ਼ਾਮ ਦੀਆਂ ਕਲਾਸਾਂ ਜਿਹੜੀਆਂ ਨੇ ਸੰਥਿਆ ਦੀ, ਸਵੇਰੇ ਨਾਲ ਹੁੰਦਾ ਇਤਿਹਾਸ ਪੱਖ ਵੀ ਬੱਚਿਆਂ ਨੂੰ ਕੋਸ਼ਿਸ਼ ਕਰੀਦੀ ਹੈ ਦੱਸਣ ਦੀ, ਤੇ ਕਿਰਪਾ ਰਹੂਗੀ ਗੁਰਮੁਖੋ। ਨਹੀਂ ਆ ਦੁਖਾਂਤ ਦੇਖ ਲਓ ਹਾਲਾਤ ਕੀ ਹੈ ਨਸ਼ਿਆਂ ਦੇ। ਹੋਰ ਹੁਣ ਉਹ ਸਰਕਾਰਾਂ ਜਿਹੜੀਆਂ ਉਹ ਤਾਂ ਕੋਈ ਵੀ ਨਹੀਂ ਚਾਹੁੰਦਾ, ਤੁਸੀਂ ਮਤ ਜਾਣਿਓ ਕੋਈ ਸਰਕਾਰ ਨਸ਼ਾ ਬੰਦ ਕਰਨ ਬਾਰੇ ਸੋਚੂਗੀ, ਨਹੀਂ। ਆਹ ਹੁਣ ਹਾਲਾਤ ਦੇਖ ਲਓ ਕੀ ਬਣ ਗਏ ਹੈ। ਕਿ ਕਈ ਵਾਰੀ ਬੇਨਤੀ ਕੀਤੀ ਹੈ ਕਿ ਨਸ਼ੇ ਦੇ ਖਿਲਾਫ ਕੋਈ ਬੋਲਣਾ ਵੀ ਸ਼ੁਰੂ ਕਰ ਦੇਵੇ, ਜਾਂ ਕਈ ਜਗ੍ਹਾ ਤੇ ਕਮੇਟੀਆਂ ਬਣੀਆਂ। ਥੋੜੇ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰਤਾ। ਉਸ ਕਮੇਟੀ ਦਾ ਮੈਂਬਰ ਸੀ, ਜਿਹੜੀ ਨਸ਼ਾ ਰੋਕੂ ਕਮੇਟੀ ਸੀ। ਭਾਵ ਇਹ ਹੈ ਸੰਕੇਤ ਦਿੱਤਾ ਜਾ ਰਿਹਾ ਕਿ ਚੁੱਪ ਕਰਕੇ ਘਰੇ ਬਹਿ ਜਾਓ, ਨਹੀਂ ਖਤਮ ਕਰ ਦਿਆਂਗੇ। ਤੇ ਦੂਸਰੇ ਪਾਸੇ ਸਰਕਾਰ ਦਾ ਰਵੱਈਆ ਇਹ ਹੋ ਗਿਆ ਕਿ ਜੇ ਕੋਈ ਨਸ਼ਿਆਂ ਖਿਲਾਫ ਤੁਰਦਾ ਹੈ ਉਹਦੇ ਤੇ ਉਲਟਾ ਸਿੱਧਾ ਕੋਈ ਨਾ ਕੋਈ ਪਰਚਾ ਦਰਜ ਕਰਕੇ ਜੇਲ੍ਹ 'ਚ ਦੇ ਦਿੰਦੇ। ਇਹਦਾ ਮਤਲਬ ਕੋਈ ਵੀ ਚਾਹੁੰਦੇ ਨਹੀਂ ਹਨ ਅਸਲ ਵਿੱਚ। ਕਿਉਂ ਚਾਹਣਗੇ? ਉਹ ਤਾਂ ਗੁਰਮੁਖੋ ਇਹ ਪੰਜਾਬ ਜਿਹੜਾ ਹੈ ਧਰਤੀ, ਇੱਥੇ ਜਿਹੜੇ ਸਿੱਖ ਪੰਥ, ਸਿੱਖ ਕੌਮ ਹੈ, ਇਹ ਤਾਂ ਨਸਲਕੁਸ਼ੀ ਕਰਨ ਨੇ। ਪਹਿਲਾਂ ਦੇਖੋ ਨਸਲਕੁਸ਼ੀ ਕੀਤੀ ਜਦੋਂ ਖਾੜਕੂਵਾਦ ਦਾ ਸਮਾਂ, ਤੇ ਉਹਦੇ ਇਵਜ ਵਿੱਚ ਕੀ ਕੀਤਾ, ਕਿੰਨੇ ਪਿੰਡ ਇਹ ਜਿਹਾ ਤਰਨ ਵੱਲ ਇਧਰ ਏਰੀਏ 'ਚ ਜਾਓ ਜਿੱਥੇ ਗੁਰਮੁਖੋ 20 ਸਾਲ ਬਰਾਤਾਂ ਨਹੀਂ ਚੜੀਆਂ ਪਿੰਡ ਵਿੱਚੋਂ। ਕਿਉਂਕਿ ਜੇ ਕੋਈ ਬਚੇ ਸੀ ਉਸ ਸਮੇਂ ਉਹ 5-7 ਸਾਲ ਦੇ, 5-4 ਸਾਲ ਦੇ ਜਵਾਕ ਭਾਵੇਂ ਰਹਿ ਗਏ, ਨਹੀਂ ਉਦੋਂ ਵੱਡਾ ਕੋਈ ਛੱਡਿਆ ਹੀ ਨਹੀਂ ਪਿੰਡ ਦੇ ਵਿੱਚ। ਪਰ ਇਹਨਾਂ ਦੇਖ ਲਿਆ ਵੀ ਇਹਨਾਂ ਨੂੰ ਜਿੰਨਾ ਮਾਰੀਏ ਇਹ ਫੇਰ ਉਵੇਂ ਉੱਠ ਖੜਦੇ ਆ। ਤਾਂ ਹੁਣ ਇਹ ਨਸ਼ਿਆਂ ਦਾ ਜਿਹੜਾ ਵਹਿਣ ਹੈ, ਤੇ ਐਸੇ ਨਸ਼ੇ ਜਿਹੜੇ ਹੁਣ ਨਸ਼ੇ ਹੀ ਇਹੋ ਜਿਹੇ ਬਣ ਗਏ, ਜੇਬ 'ਚ ਪਾ ਕੇ ਦੁਨੀਆ ਤੁਰੀ ਫਿਰਦੀ ਹੈ, ਤੇ ਉਹਦਾ ਨਾ ਕੋਈ ਭਾਰ ਹੈ, ਨਾ ਪਤਾ ਲੱਗਦਾ ਹੈ ਕੋਲੇ ਕਿ ਨਹੀਂ ਹੈ, ਤੇ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਹਾਲਾਤ। ਚਲੋ ਆਪਣੇ ਤੇ ਨਗਰ ਤੇ ਬਹੁਤ ਕਿਰਪਾ ਹੈ, ਫਿਰ ਵੀ ਬੱਚੇ ਬਹੁਤ ਸੇਵਾ ਕਰਦੇ ਆ। ਭਾਵੇਂ ਜਿਹੜੀ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਪਰਸੈਂਟੇਜ ਹੈ ਥੋੜੀ ਹੋਈ, ਤੇ ਬਹੁਤ ਕੰਮ ਵੀ ਕਰਦੇ ਨੇ, ਬਹੁਤ ਮਿਹਨਤਾਂ ਕਰਦੇ ਆ ਨੌਜਵਾਨ। ਪਰ ਫਿਰ ਵੀ ਆਪਾਂ ਦੇਖਦੇ ਹਾਂ ਹਰ ਰੋਜ਼ ਹੁਣ ਸਾਡੇ ਸਾਹਮਣੇ ਖਬਰਾਂ ਆ ਰਹੀਆਂ, ਫਲਾਣਾ ਟੀਕਾ ਲਾਉਂਦਾ ਮਰ ਗਿਆ, ਫਲਾਣਾ ਆਹ ਕੁਛ ਕਰਦਾ। ਇਹ ਗੁਰਮੁਖੋ ਕਾਹਦਾ ਮਰਨਾ? ਅਧੋ ਗਤੀ ਦੀਆਂ ਮੌਤਾਂ ਨੇ ਇਹ। ਇਹਨੂੰ ਤਾਂ ਪੰਥ ਲਈ ਕੁਝ ਕਰਕੇ ਮਰ ਜਾਓ ਜੇ ਮਰਨਾ ਹੀ ਹੈ। ਤੇ ਹਾਲਾਤ ਇਹੋ ਜਿਹੇ ਹੋ ਗਏ ਆ, ਤੇ ਇਸ ਕਰਕੇ ਨੌਜਵਾਨੀ ਹੈ ਕਿੱਥੇ, ਜਾਂ ਫਿਰ ਵਿਦੇਸ਼ਾਂ 'ਚ ਆਪਾਂ ਮਜਬੂਰ ਹੋ ਕੇ ਚਾਰੇ ਪਾਸੋਂ ਸਾਡੇ ਲਈ ਮਾਹੌਲ ਇਹ ਪੈਦਾ ਕਰ ਦਿੱਤਾ, ਭੇਜ ਰਹੇ ਆ। ਤੇ ਇਹ ਹਾਲਾਤ ਨੇ। ਹੁਣ ਨਸ਼ਿਆਂ ਦੇ ਬਾਬਤ ਮਤ ਜਾਣੋ। ਸਰਕਾਰਾਂ ਤੁਸੀਂ ਬਦਲੀ ਜਾਂਦੇ ਹੋ, ਇੱਕ ਬਦਲੀ, ਦੂਜੀ ਆ ਗਈ, ਦੂਜੀ ਬਦਲੀ, ਤੀਜੀ ਆ ਗਈ, ਇਹਨੂੰ ਬਦਲਦੇ ਹੋਰ ਆ ਜਾਣਗੇ। ਪਰ ਇਹ ਦਿਨੋਂ ਦਿਨ ਵੱਧ ਰਿਹਾ ਹੈ,
ਘਟਣਾ ਤਾਂ ਹੈ ਨਹੀਂ ਹੈ। ਇਸ ਕਰਕੇ ਇਹਦੇ ਬਾਰੇ ਜਾਗਣਾ ਪੈਣਾ। ਮਾਤਾ ਪਿਤਾ ਨੂੰ ਆਪ ਫਿਕਰ ਕਰਨਾ ਪਊਗਾ। ਗੁਰੂ ਘਰ ਨਾਲ ਬੱਚਿਆਂ ਨੂੰ ਜੋੜਨਾ ਪੈਣਾ ਤੇ ਜੁੜਨਗੇ ਉਹ ਤਾਂ ਜੇ ਭਾਈ ਮਾਂ-ਬਾਪ ਆਪ ਜੁੜਨਗੇ। ਇਹ ਗੱਲ ਦਾ ਜ਼ਰੂਰੀ ਹੈ। ਸਤਿਗੁਰੂ ਕਿਰਪਾ ਕਰਨ ਤੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਤੇ ਇਉਂ ਜਿਹੜੇ ਹਨ ਆਏ ਸ਼ਬਦ ਰਬਾਬੀ ਗਾਵਤ ਜਿਨ ਸੁਨ ਵੱਡ ਬਰਾਗ ਮਨ ਆਵਤ ਖੜੇ ਹੋਏ ਪੌੜੀ ਜਬ ਲਾਵਤ ਦੇਤ ਦਰਬ ਤਿਨ ਅੱਗੇ ਜਾਵਤ। ਇੱਥੋਂ ਗੱਲ ਚੱਲੀ ਸੀ। ਉਹਨਾਂ ਨੂੰ ਧਨ ਦੇਂਦੇ ਫਿਰ ਅੱਗੇ ਜਾਂਦੇ। ਭਾਵ ਕੀ ਹੈ ਕਿ ਹੁਣ ਤਾਂ ਕਈ ਜਗ੍ਹਾ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ, ਉਹਨਾਂ ਨੇ ਬਣਾਇਆ ਹੋਇਆ ਕਿ ਦੇਖੋ ਜੀ ਜਿਹੜੇ ਅਖੇ ਕੀਰਤਨੀ ਪੇਟਾਊ ਅਸੀਂ ਰੱਖਾਂਗੇ ਕਿ ਤੁਸੀਂ ਰੱਜਣਾ ਹੀ ਨਹੀਂ ਅਜੇ। ਇਹਨਾਂ ਦੇ ਇਹ ਕਿਹੜਾ ਹੈ ਜਿਹੜੇ ਹੁਣ ਕੋਈ ਕੀਰਤਨ ਕੋਈ ਕਥਾ ਕਰਦਾ ਹੈ ਤੇ ਉਹ ਫਿਰ ਉਹ ਕਿੱਥੇ ਜਾਣਗੇ ਭਾਈ। ਅਖੇ ਤੁਸੀਂ ਘਰਦਿਆਂ ਤੋਂ ਹੋਰ ਮੰਗੋ ਤੇ ਤੁਸੀਂ ਮੰਗ ਲਓ, ਤੁਸੀਂ ਤਾਂ ਪਿੰਡ 'ਚ ਰਹਿੰਦੇ ਹੋ ਤੇ ਤੋਂ ਨਹੀਂ ਮੰਗ ਹੁੰਦੇ ਤੇ ਕਿੰਨਾ ਹੈ। ਇਹ ਜੇ ਬਹੁਤ ਕੰਮ ਚੱਲ ਪਿਆ। ਇਹ ਗੁਰੂ ਮਰਜ਼ਾਦਾ ਦੇ ਬਿਲਕੁਲ ਉਲਟ ਹੈ। ਕੋਈ ਵੀ ਬੇਨਤੀ ਹੈ ਦੋਨੇ ਪੱਖ ਹੈ। ਜਿਹੜਾ ਕੋਈ ਪਾਠੀ ਕੀਰਤਨ ਹੋਰ ਕਥਾ ਉਹਨੂੰ ਵੀ ਭਾਈ ਸਾਰੇ ਕਾਰਜ ਪੂਰੇ ਪ੍ਰੇਮ ਨਾਲ ਕਰਨੇ ਚਾਹੀਦੇ ਆ। ਉਹਦਾ ਵੀ ਜਿਹੜਾ ਫਰਜ਼ ਬਣਦਾ ਤੇ ਭਾਈ ਅੱਗੋਂ ਫਰਜ਼ ਸੰਗਤ ਦਾ ਵੀ ਬਣਦਾ ਹੈ। ਤੇ ਇਸ ਕਰਕੇ ਦੋਨੇ ਪਾਸਿਆਂ ਤੋਂ ਪੂਰੇ ਆਪੋ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਸਰੀਰ ਨੂੰ ਲਈ ਜਾ ਰਹੇ ਹਨ। ਸ੍ਰੀ ਗੁਰ ਅਮਰਦਾਸ ਥਲ ਜਹਾਂ, ਜਿੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਸੰਸਕਾਰ ਸਥਾਨ ਹੈ। ਹਿਮ ਕਰਤੇ ਪਹੁੰਚਤ ਭੇ ਤਹਾਂ, ਇਸ ਤਰ੍ਹਾਂ ਕਰਦੇ ਉੱਥੇ ਪਹੁੰਚ ਗਏ ਹਨ। ਚੰਦਨ ਚਿਤਾ ਸੋ ਜਹਾਂ ਬਨਾਈ, ਜਿੱਥੇ ਚੰਦਨ ਦੀ ਚਿਖਾ ਬਣਾਈ ਹੈ। ਤੇਹ ਗੌਰ ਤਨ ਕੋ ਦੀਨ ਟਿਕਾਈ, ਉੱਥੇ ਗੁਰੂ ਪਾਤਸ਼ਾਹ ਦੇ ਸਰੀਰ ਨੂੰ ਚਿਖਾ ਤੇ ਟਿਕਾ ਦਿੱਤਾ ਹੈ। ਸ੍ਰੀ ਅਰਜਨ ਬੰਨੀ ਕਰ ਲੀਨੀ, ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਬੰਨੀ ਕਰ ਲੀਨੀ ਤੇ ਬੰਨੀ ਦਾ ਭਾਵ ਬਵਾਨ ਵੀ ਹੈ, ਇੱਕ ਤਰ੍ਹਾਂ ਦਾ ਬਸਤਰ ਉਹ ਹੱਥ ਲਿਆ ਹੈ। ਸਤਨਾਮ ਕਹਿਲਾਵਨ ਕੀਨੀ, ਸਤਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਸਭ ਨੂੰ। ਬੈਠੇ ਇੱਕ ਦਿਸ ਕੀਰਤਨ ਸੁਨੇ, ਇੱਕ ਪਾਸੇ ਭਾਈ ਬੈਠੇ ਕੀਰਤਨ ਸੁਣ ਰਹੇ ਐ। ਸ਼ਾਂਤ ਭਈ ਚਿਤ ਸਭ ਮਨ ਗੁਨੇ, ਸਾਰਿਆਂ ਦੇ ਮਨ ਵਿੱਚ ਗਿਣਤੀ ਵਿਚਾਰ ਚੱਲ ਰਹੇ, ਸਭ ਜਗ੍ਹਾ ਸ਼ਾਂਤੀ ਹੈ। ਸੀਸ ਨਿਵਾਏ ਨਾਏ ਪੁਨ ਸਾਰੇ, ਤੇ ਇਉਂ ਫਿਰ ਸੀਸ ਨਿਵਾਇਆ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਦਾ ਜਦੋਂ ਸੰਸਕਾਰ ਕੀਤਾ ਸਾਰਿਆਂ ਨੇ ਫਿਰ ਇਸ਼ਨਾਨ ਕੀਤਾ। ਆਵਤ ਭੇ ਬਾਪੀ ਤਟ ਸਾਰੇ, ਫਿਰ ਭਾਈ ਸਾਰੇ ਬੌਲੀ ਦੇ ਕਿਨਾਰੇ ਪਹੁੰਚ ਗਏ। ਕਰ ਕੜਾਹੇ ਸੋਹਿਲਾ ਪਠ ਲੀਨਾ, ਕੜਾ ਪ੍ਰਸ਼ਾਦ ਕੀਤਾ, ਸੋਹਿਲਾ ਸਾਹਿਬ ਦਾ ਪਾਠ ਕੀਤਾ ਹੈ। ਸਭ ਸੰਗਤ ਮਹਿ ਬਾਂਟਨ ਕੀਨਾ, ਤੇ ਸਾਰੀਆਂ ਸੰਗਤਾਂ ਦੇ ਵਿੱਚ ਵਰਤਾ ਦਿੱਤਾ। ਸ੍ਰੀ ਸਤਿਗੁਰ ਕੇ ਗੁਣ ਬਹੁ ਗਾਵੇ, ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਦੇ ਜਿਹੜੇ ਬੇਅੰਤ ਗੁਣ ਹਨ ਉਹਨਾਂ ਨੂੰ ਗਾਇਨ ਕੀਤਾ। ਭਾਵ ਉਚਾਰ ਰਹੇ ਨੇ ਕਿ ਮਹਾਰਾਜ ਨੇ ਆਹ ਕਿਰਪਾ ਕੀਤੀ, ਕੋਈ ਕਹਿੰਦਾ ਆਹ ਕੀਤੀ, ਇਸ ਤਰ੍ਹਾਂ ਗੁਣ ਗਾਏ ਜਾ ਰਹੇ ਹੈ। ਗੁਰਬਾਣੀ ਸੰਗ ਪ੍ਰੀਤੀ ਲਾਵੇ, ਤੇ ਗੁਰਬਾਣੀ ਦੇ ਨਾਲ ਪ੍ਰੇਮ ਲਾਇਆ ਸਭ ਨੇ। ਅਸ ਵਿਦ ਦਿਵਸ ਸੋ ਤੀਨ ਬਤਾਏ, ਇਸ ਤਰ੍ਹਾਂ ਕਰਦਿਆਂ 3 ਦਿਨ ਬੀਤ ਗਏ। ਚਤੁਰਥ ਦਿਨ ਮਿਲ ਕਰ ਸਮੁਦਾਏ, ਚੌਥੇ ਦਿਨ ਭਾਈ ਸਾਰਿਆਂ ਨੇ ਮਿਲ ਕੇ ਦਾਹਾ ਥਾਨ ਆਵਤ ਭੇ ਤਬੈ, ਤੇ ਜਿੱਥੇ ਸੰਸਕਾਰ ਕੀਤਾ ਸੀ ਉਸ ਸਥਾਨ ਤੇ ਆਏ ਨੇ। ਭਸਮ ਸੁਫੂਲ ਉਠਾਏ ਸਭੈ, ਸਮੇਤ ਭਸਮ ਫੁੱਲ ਸਾਰੇ ਭਾਈ ਅਸਥੀਆਂ ਉਠਾ ਲਈਆਂ। ਨਦੀ ਬਿਪਾਸਾ ਦੀਨ ਪ੍ਰਵਾਹੀ, ਨਾਲ ਹੀ ਬਿਆਸਾ ਨਦੀ ਵਿੱਚ ਪ੍ਰਵਾਹ ਕਰ ਦਿੱਤੇ।
ਕਰ ਇਸ਼ਨਾਨ ਗੁਰਦੁਆਰੇ ਆਹੇ। ਫੇਰ ਭਾਈ ਇਸ਼ਨਾਨ ਕੀਤਾ, ਗੁਰੂ ਦਰ ਤੇ ਪਹੁੰਚ ਗਏ। ਪਾਠ ਆਨੰਦ ਪੰਚਾਮ੍ਰਿਤ ਦੀਨਾ। ਆਨੰਦ ਸਾਹਿਬ ਸੰਪੂਰਨ 40 ਪੌੜੀਆਂ ਪਾਠ ਹੋਇਆ ਤੇ ਕੜਾਹ ਪ੍ਰਸਾਦ ਵਰਤਾਇਆ ਹੈ। ਲੈ ਸਭ ਨੇ ਗੁਰ ਸਿਮਰਨ ਕੀਨਾ। ਸਭ ਨੇ ਲੈ ਕੇ ਪ੍ਰਸਾਦ ਗੁਰੂ ਨੂੰ ਚੇਤੇ ਕੀਤਾ, ਗੁਰੂ ਕਾ ਸਿਮਰਨ ਕੀਤਾ ਹੈ। ਨਿਸਬਾਸੁਰ ਹੋਇ ਕੀਰਤਨ ਭਾਰੀ। ਦਿਨ ਰਾਤ ਬਹੁਤ ਕੀਰਤਨ ਹੁੰਦਾ ਰਿਹਾ। ਦਿਵਸ ਦੁਸਹਿਰੇ ਮੇਲਾ ਭਾਰੀ। ਤੇ ਜਦੋਂ ਦੁਸਹਿਰਾ 10ਵਾਂ ਦਿਨ ਆਇਆ, ਵੱਡਾ ਮੇਲਾ ਸੰਗਤਾਂ ਦਾ ਹੋਇਆ। ਸ੍ਰੀ ਅਰਜਨ ਦਸਤਾਰ ਬੰਧਾਈ। ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦਸਤਾਰ ਬੰਦੀ ਕੀਤੀ ਗਈ। ਸਭ ਸੰਗਤ ਮਨ ਹਰਖ ਵਢਾਈ। ਸਾਰੀਆਂ ਸੰਗਤਾਂ ਨੇ ਮਨ ਵਿੱਚ ਖੁਸ਼ੀ ਵਧਾਈ ਹੈ। ਦਿਵਸ 5 10 ਜਬ ਆਇਓ। ਜਦੋਂ 5 ਤੇ 10 15ਵਾਂ ਦਿਨ ਹੋ ਗਿਆ ਹੈ। ਸ੍ਰੀ ਅਰਜਨ ਬੜ ਜਗ ਕਰਾਇਓ। ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਵੱਡਾ ਲੰਗਰ ਜਗ ਕਰਾਇਆ ਹੈ। ਰੰਕਨ ਦੀਨੋ ਦਾਨ ਕਨੇਰਾ। ਤੇ ਗਰੀਬਾਂ ਨੂੰ ਭਾਈ ਬਹੁਤ ਦਾਨ ਦਿੱਤਾ ਹੈ। ਆਸਿਖ ਦੈ ਹੈ ਸੋ ਜਸ ਵਡੇਰਾ। ਉਹ ਅਸੀਸਾਂ ਦਿੰਦੇ ਵੱਡਾ ਜਸ ਕਰ ਰਹੇ ਹਨ ਸਾਰੇ ਹੀ। ਅਸ ਵਿਦ ਗੁਰ ਸੰਸਕਾਰ ਕਰਾਈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਸਰੀਰ ਦਾ ਸੰਸਕਾਰ ਕੀਤਾ। ਸਭ ਸੰਗਤ ਕੋ ਦੇ ਸਿਰ ਪਾਏ। ਫਿਰ ਸਾਰੀਆਂ ਸੰਗਤਾਂ ਮੁਖੀਆਂ ਸਭ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸਿਰੋਂ ਪਾਉ ਬਖਸ਼ਿਸ਼ ਕੀਤੇ ਹਨ। ਸਭ ਗੁਰ ਅੰਸਨ ਕੋ ਤਿਸ ਕਾਲ। ਫਿਰ ਜਿੰਨੀਆਂ ਗੁਰੂ ਸਾਹਿਬਾਂ ਦੀਆਂ ਅੰਸ ਬੰਸ ਨੇ, ਪਹਿਲੇ ਦੂਜੇ ਤੀਜੇ ਪਾਤਸ਼ਾਹ ਸਭ ਦੀਆਂ, ਉਸ ਸਮੇਂ ਵਿਦਾ ਕੀਨ ਬੰਧਨ ਹਿਤ ਨਾਲ। ਕਿਉਂ ਭਾਈ ਬੰਦਨਾ ਕਰਕੇ ਪ੍ਰੇਮ ਨਾਲ ਸਭ ਨੂੰ ਵਿਦਾ ਕੀਤਾ ਹੈ। ਆਪ ਵਿਦਾ ਮਾਮਨ ਤੇ ਲੀਨ। ਫਿਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਪਣੇ ਮਾਮੇ ਬਾਬਾ ਮੋਹਨ ਬਾਬਾ ਮੋਹਰੀ ਜੀ ਤੋਂ ਵੀ ਵਿਦਾ ਲਈ ਹੈ। ਆਏ ਬਸੇ ਪਿਤਪੁਰੀ ਪ੍ਰਬੀਨ। ਇਉਂ ਮਹਾਨ ਚਤੁਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਿਤਾ ਦੀ ਪੁਰੀ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਆ ਬਸੇ ਹਨ ਦੋਹਰਾ। 110 ਪੁਨ 1 ਲੱਖ ਪਾਵਨ ਭਾਦਰੋਂ ਮਾਸ। 110 ਪੁਨ 1 ਭਾਵ 111 ਜਾਣ ਲੋ। ਪਾਵਨ ਇਹ ਭਾਈ ਭਾਦਰੋਂ ਦਾ ਮਹੀਨਾ ਹੈ। ਇਹ 111 ਨਾਨਕਸ਼ਾਹੀ ਸੰਮਤ ਹੈ। 3 ਦਿਵਸ ਪਖ ਚਾਂਦਨੋ ਗੁਰਪੁਰ ਕੀਏ ਗੁਰਬਾਸ। 30 ਦਿਵਸ ਪਖ ਚਾਂਦਨੋ ਭਾਵ ਚੰਦਨਮਾ ਪਖ ਸੁਦੀ ਜਿਹੜਾ ਹੈ ਭਾਦਰੋਂ ਸੁਦੀ ਤੀਜ ਨੂੰ ਗੁਰੂਪੁਰੀ ਵਿੱਚ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਨੇ ਵਾਸਾ ਕੀਤਾ। ਕਥਾ ਚਤੁਰਥੇ ਗੁਰੂ ਕੀ ਕਥਨ ਮਹਿ ਨਹਿ ਆਏ। ਭਾਈ ਚੌਥੇ ਪਾਤਸ਼ਾਹ ਜੀ ਦੀ ਜਿਹੜੀ ਇਹ ਕਥਾ ਹੈ, ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਇਹਨੂੰ ਕੋਈ ਕਥਨ ਵਿੱਚ ਨਹੀਂ ਆ ਸਕਦੀ। ਕੋਈ ਕਹੇ ਮੈਂ ਪੂਰੇ ਤੌਰ ਤੇ ਕਥਨ ਕਰ ਦੇਵਾਂਗਾ। ਜੈਸ ਮਨੀਖਾ ਗੁਰਦਈ ਤੈਸੀ ਕਥੀ ਬਣਾਏ। ਇਹ ਤਾਂ ਮਨੀਖਾ ਕਹੀਏ ਬੁੱਧੀ। ਜਿਹੋ ਜੀ ਬੁੱਧੀ ਗੁਰੂ ਸਾਹਿਬ ਨੇ ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਮੈਨੂੰ ਦਿੱਤੀ, ਉਸ ਤਰ੍ਹਾਂ ਦੀ ਭਾਈ ਮੈਂ ਕਥਾ ਬਣਾ ਕੇ ਕਹੀ ਹੈ। ਭਈ ਇਤੀ ਅਬ ਆਏ ਕੈ ਪੜੈ ਸੁਨੈ ਚਿਤ ਲਾਏ। ਹੁਣ ਇੱਥੇ ਭਾਈ ਭਈ ਇਤੀ ਸਮਾਪਤੀ ਹੋ ਗਈ ਹੈ। ਜਿਹੜਾ ਵੀ ਕੋਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ ਕਥਾ ਨੂੰ ਚਿੱਤ ਲਾ ਕੇ ਪੜ੍ਹੇ ਸੁਣੇਗਾ, ਮੁਕਤ ਭੁਕਤ ਸੋ ਪਾਏ ਹੈ। ਕਬ ਗੁਰ ਪਗ ਬਲ ਜਾਏ। ਉਹ ਮੋਖ ਤੇ ਭੋਗ ਦੀ ਪ੍ਰਾਪਤੀ ਕਰ ਲਵੇਗਾ। ਕਵੀ ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਮੈਂ ਸਤਿਗੁਰੂ ਜੀ ਦੇ ਚਰਨਾਂ ਤੋਂ ਭਾਈ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ।
ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਚਤੁਰਥ ਮਹੱਲੇ ਚੌਥੇ ਮਹੱਲੇ ਦੇ ਕਥਾ ਸ੍ਰੀ ਸਤਿਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋ ਸਮਾਵਨ ਪ੍ਰਸੰਗ ਵਰਣਨ, ਜੋ ਇਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋ ਸਮਾਉਣ ਦਾ ਪ੍ਰਸੰਗ ਵਰਣਨ ਕੀਤਾ ਹੈ। ਕਵੀ ਸੰਤ ਰੇਣ ਪ੍ਰੇਮ ਸਿੰਘ ਭਾਖਾ ਵੇ ਰਚਤੇ। ਕਹਿੰਦੇ ਕਵੀ ਭਾਈ ਸੰਤ ਰੇਣ ਮੈਂ ਪ੍ਰੇਮ ਸਿੰਘ ਜੀ ਇਹ ਜਿਹੜਾ ਕਥਾ ਰਚੀ ਹੈ। ਨਾਮ ਇਕਾਦਸਮੋ ਮੰਦਰ ਹੈ। ਇਹ 11ਵੇਂ ਘਰ ਦਾ ਜਿਹੜਾ ਪ੍ਰਸੰਗ ਹੈ। ਸ੍ਰੀ ਚਤੁਰਥ ਗੁਰ ਗਾਥਾ ਸ਼ੁਭ ਸਮਾਪਤੰ। ਇਹ ਭਾਈ ਸ੍ਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਕਥਾ ਜਿਹੜੀ ਹੈ ਉਹ ਸਮਾਪਤ ਹੋਈ ਹੈ। ਆਓ ਟਾਈਮ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।